इसी रीत नित प्रत गमन करत गुरु महाराज, मारवाड़ के देश में पहुंचे गरीब निवाज। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਨੇਕ ਸਥਾਨਾਂ ਤੇ ਸੰਗਤ ਨੂੰ ਤਾਰਦੇ ਹੋਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੈਪੁਰ ਦੇ ਇਲਾਕੇ ਵਿੱਚ ਜੋ ਨਾਰਾਇਣਾ ਪਿੰਡ ਦਾਦੂ ਦੁਆਰੇ ਬਾਰ-ਬਾਰ ਡੇਰਾ ਲਾਇਆ ਹੈ, ਸੋ ਮਹੰਤ ਜੈਤ ਭਾਈ ਜਿਹੜੇ ਇੱਥੇ ਨੇ, ਸੋ ਉਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਾਰੇ ਮਹੰਤਾਂ ਸੰਤਾਂ ਨੂੰ ਲੈ ਕੇ ਆਏ ਹਨ। ਆਪਸ ਵਿੱਚ ਬੜੇ ਪਿਆਰ ਦੇ ਬਚਨ ਵਿਲਾਸ ਹੋਏ ਨੇ। ਉਹਨਾਂ ਦੇ ਮਨ ਦੇ ਕੁਝ ਸ਼ੰਕੇ ਸਨ ਜੋ ਗੁਰਾਂ ਨੇ ਨਿਵਰਤ ਕੀਤੇ। ਸੋ ਇਸ ਤਰ੍ਹਾਂ ਆਪਸ ਵਿੱਚ ਪਿਆਰ ਵਾਲਾ ਸੰਵਾਦ ਹੋਇਆ ਹੈ। ਆਓ ਅੱਗੇ ਸਰਵਣ ਕਰਦੇ ਹਾਂ। ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਿਰਾ ਇਸੇ ਰੀਤ ਨਿਤ ਪ੍ਰਤ ਗਮਨ ਕਰਤ ਗੁਰੂ ਮਹਾਰਾਜ। ਇਸੇ ਤਰੀਕੇ ਦੇ ਨਾਲ ਹਰ ਰੋਜ਼ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਰਾਤ ਕੱਟਦੇ, ਅੱਗੇ ਜਾਂਦੇ ਨੇ, ਫੇਰ ਰਾਤ ਕੱਟਦੇ, 2 ਰਾਤਾਂ ਕਿਤੇ 4 ਰਾਤਾਂ ਕੱਟਦੇ ਹੋਏ ਆਪਣੀ ਮੰਜ਼ਲ ਨੰਦੇੜ ਨਗਰ ਜੋ ਹੈ, ਜਿੱਥੇ ਗੁਰਾਂ ਨੇ ਪਿਛਲੇ ਸਮੇਂ ਵਿੱਚ ਦੁਸ਼ਟ ਦਮਨ ਦੇ ਰੂਪ ਵਿੱਚ ਤਪੱਸਿਆ ਕੀਤੀ ਹੈ, ਉਸ ਸਥਾਨ ਵਾਲੇ ਪਾਸੇ ਜਾ ਰਹੇ ਹਨ। ਮਾਰਵਾੜ ਕੇ ਦੇਸ਼ ਮੈਂ ਪਹੁੰਚ ਗਰੀਬ ਨਿਵਾਜ। ਹੁਣ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਮਾਰਵਾੜ ਦਾ ਜੋ ਇਲਾਕਾ ਹੈ, ਜਿੱਥੇ ਸਭ ਤੋਂ ਵੱਧ ਪਾਣੀ ਦੀ ਕਮੀ, ਪਾਣੀ ਨਹੀਂ ਮਿਲਦਾ ਪੀਣ ਨੂੰ, ਇਹ ਮਾਰਵਾੜ ਜੈਸੇ ਨੀਰ ਬਾਲਹਾ, ਜਿੱਥੇ ਸਾਰਿਆਂ ਨਾਲੋਂ ਲੋਕਾਂ ਨੂੰ ਪਾਣੀ ਪਿਆਰਾ ਹੈ, ਉਸ ਬੀਕਾਨੇਰ ਦੇ ਇਲਾਕੇ ਵੱਲ ਗਏ ਹਨ। ਜੋ ਪਈ ਪੁਰ ਨਾਰਾਇਣਾ ਪਹੁੰਚੇ ਜਾਏ, ਜੈ ਦਾਦੂ ਦੁਆਰਾ ਕਹਿਲਾਏ। ਇਹ ਨਾਰਾਇਣਾ ਪਿੰਡ ਜੋ ਜੈਪੁਰ ਰਾਜ ਵਿੱਚ ਹੈ, ਦਾਦੂ ਜੀ 5ਵੇਂ ਪਾਤਸ਼ਾਹ ਵੇਲੇ ਜੋ ਹੋਏ ਨੇ, ਦੇ ਰਹਿਣ ਵਾਲੇ ਦਾਦੂ ਜੀ, ਉਹਨਾਂ ਤੋਂ ਅੱਗੇ ਜੋ ਮਹੰਤ ਹਨ ਹੁਣ ਸਤਿਗੁਰੂ ਜੀ ਦੇ ਸਮੇਂ ਵਿੱਚ ਉੱਥੇ ਪਹੁੰਚੇ ਹਨ। ਉਤਰ ਤੁਰੰਗ ਤੇ ਫਿਰੇ ਗੁਸਾਈ, ਸਿੰਘ ਆਨ ਬੈਠੇ ਤਿਸ ਥਾਈ। ਉਤਰ ਕੇ ਘੋੜੇ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੋਹਣਾ ਆਸਣ ਲਾ ਕੇ ਸਜੇ ਹਨ। ਚਾਰੇ ਪਾਸੇ ਜਿਤਨੇ ਵੀ ਸਿੰਘ ਹਨ ਉਹ ਵੀ ਆ ਕੇ ਬੈਠੇ ਹਨ। ਕਿਤਕ ਬਿਲੋਕਤ ਦਾਦੂ ਦੁਆਰਾ, ਕੋਤੜ ਈਂਦਨ ਲੈਨ ਪਧਾਰਾ। ਕਿੰਨੇ ਕੁ ਜਿਹੜੇ ਨੇ ਸਿੰਘ ਉਹ ਦਾਦੂ ਦੁਆਰੇ ਨੂੰ ਦੇਖ ਰਹੇ ਨੇ, ਕਿੰਨੇ ਘਾਹ ਅਤੇ ਲੱਕੜਾਂ ਲੈਣ ਵਾਸਤੇ ਗਏ ਨੇ। ਤਹਾਂ ਜੈਤ ਸਾਹਿਬ ਮਹੰਤ, ਸ਼ਾਂਤ ਰੂਪ ਸ਼ੁਭ ਅਜ਼ਮਤਵੰਤ। ਉੱਥੇ ਮਹੰਤ ਜੀ ਜੋ ਨੇ ਜੈਤ ਸਾਹਿਬ, ਉਹਨਾਂ ਦਾ ਨਾਮ ਹੈ। ਅੱਛੀ ਬੰਦਗੀ ਵਾਲੇ ਮਹਾਂਪੁਰਸ਼, ਵਿੱਚ ਕਰਾਮਾਤ ਵੀ ਹੈ, ਅੰਤਰਜਾਮਤਾ ਵੀ ਹੈ, ਰਿੱਧੀਆਂ ਸਿੱਧੀਆਂ ਵੀ ਹਨ, ਇਸ ਤਰ੍ਹਾਂ ਅੱਛੀ ਬਿਰਤੀ ਵੀ ਹੈ। ਐਸੇ ਹਨ ਸੰਤ। ਸਾਧ ਸੈਂਕੜੇ ਦਾਦੂ ਮਗ ਕੇ, ਰਹਿ ਪਰਲੋਕ ਸਾਧਨੇ ਲੱਗ ਕੇ। ਪਰਲੋਕ ਸਾਧਨ ਵਾਸਤੇ, ਆਪਣਾ ਲੋਕ ਅਤੇ ਪਰਲੋਕ ਸੁਖੀ ਕਰਨ ਲਈ ਉਹ ਜਿਹੜੇ ਦਾਦੂ ਦੁਆਰੇ ਹੋਰ ਬਹੁਤ ਸਾਰੇ ਬੈਰਾਗਵਾਨ, ਤਿਆਗਵਾਨ, ਜਤੀ ਸਤੀ ਸੰਤੋਖੀ ਭਗਤੀ ਕਰਨ ਵਾਲੇ, ਐਸੇ ਬਹੁਤ ਸਾਰੇ ਹੋਰ ਸਾਧੂ ਸੰਤ ਉੱਥੇ ਹਨ। ਦਇਆ ਖਿਮਾ ਧੀਰਜ ਸੰਤੋਖ, ਨਿਰਹੰਕਾਰ ਅਕਾਮ ਅਰੋਕ। ਉਹਨਾਂ ਦੇ ਅੰਦਰ ਕੀ ਹੈ, ਉਹ ਕੀ ਲੈਣ ਆਏ ਨੇ ਇੱਥੇ? ਸ਼ੁਭ ਗੁਣਾਂ ਨੂੰ ਲੈਣ ਵਾਸਤੇ ਆਏ ਹੋਏ ਨੇ।
ਸੋ ਜੋ ਚਾਹੁੰਦੇ ਨੇ ਕਿ ਅਸੀਂ ਆਪਣੇ ਅੰਦਰ ਦਇਆ ਨੂੰ ਪੈਦਾ ਕਰੀਏ। ਦੂਸਰੀ ਚੀਜ਼ ਹੁੰਦੀ ਹੈ ਛਿਮਾ ਕਰਨੀ, ਕਿਸੇ ਨੂੰ ਮਾਫ ਕਰ ਦੇਣਾ। ਇਸੇ ਪ੍ਰਕਾਰ ਹੀ ਆਪਣੇ ਅੰਦਰੋਂ ਈਰਖਾ ਨੂੰ ਖਤਮ ਕਰਨਾ, ਧੀਰਜ ਰੱਖਣਾ, ਸੰਤੋਖ, ਲਾਲਚ ਨੂੰ ਛੱਡ ਕੇ ਸੰਤੋਖ ਗ੍ਰਹਿਣ ਕਰਨਾ, ਨਿਰਹੰਕਾਰ ਹੋਣਾ, ਕਾਮ ਤੋਂ ਰਹਿਤ ਹੋਣਾ। ਅਰੋਖ ਹੁੰਦਾ ਹੈ। ਜਾਪ ਸਾਹਿਬ 'ਚ ਇੱਕ ਪਾਠ ਹੈ, ਨਮੋ ਰੋਖ ਰੋਖੇ। ਗੁੱਸੇ ਵਿੱਚ ਸਭ ਤੋਂ ਗੁੱਸਾ ਤੇਰਾ ਹੀ ਵੱਡਾ। ਫਿਰ ਜਦੋਂ ਹੋ ਜਾਓ ਵੀਰ ਰਸ ਵਿੱਚ ਤਾਂ ਦੁਨੀਆ ਛਿਨਕ ਵਿੱਚ ਮੁਕਾ ਦਿੰਦੇ ਹੋ। ਆਰੋਖ, ਇਹ ਸਾਰੇ ਮਹੰਤ ਸੰਤ ਨਾਮ ਜਪ ਕੇ ਆਰੋਖ ਹੁੰਦਾ, ਗੁੱਸੇ ਤੋਂ ਰਹਿਤ ਹੋ ਕੇ ਜੀਵਨ ਨੂੰ ਬਤੀਤ ਕਰਦੇ ਹਨ। ਹੋਰ ਦਲ ਕੋ ਨਰਕੋ ਚੱਲ ਗਏ, ਕਿਸੇ ਮਹੰਤ ਬੂਝ। ਦਲ ਦੇ ਵਿੱਚੋਂ ਕੋਈ ਸਿੰਘ ਉੱਥੇ ਜਦੋਂ ਗਿਆ, ਉੱਥੋਂ ਦੇ ਮਹੰਤ ਜੈਤ ਸਾਹਿਬ ਨੇ ਉਹਨੂੰ ਪੁੱਛਿਆ, ਤੂੰ ਉਤਰਿਓ ਕਿਸ ਤੇ ਚੱਲ ਆਇਓ, ਕਿਸ ਕਾਰਜ ਕੋ ਅਗਰ ਸਿਧਾਇਓ। ਭਾਈ ਕੌਣ ਉਤਰੇ ਨੇ ਆ ਕੇ, ਕਿੱਥੋਂ ਆਏ ਨੇ, ਅੱਗੇ ਕਿੱਥੇ ਜਾ ਰਹੇ ਹਨ। ਸੁਨ ਸਗਰੋ ਸੋ ਪ੍ਰਸੰਗ ਉਚਾਰਾ, ਸਤਿਗੁਰੂ ਗੋਬਿੰਦ ਸਿੰਘ ਉਦਾਰਾ। ਕਿਉਂਕਿ ਉਸ ਸਿੰਘ ਨੇ ਸਾਰਾ ਪ੍ਰਸੰਗ ਇਹਨਾਂ ਨੂੰ ਸੁਣਾਇਆ ਕਿ ਭਾਈ ਇਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਜੋ ਹੈ ਨਾ, ਉਸ ਤੋਂ ਅੱਗੇ ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਮਹਾਰਾਜ, ਫਿਰ ਅੱਗੇ ਤੋਂ ਅੱਗੇ 9ਵੇਂ ਪਾਤਸ਼ਾਹ ਜਿਨ੍ਹਾਂ ਨੇ ਦਿੱਲੀ ਜਾ ਕੇ ਹਿੰਦੂ ਮਤ ਲਈ ਸੀਸ ਦਿੱਤਾ ਆਪਣਾ, ਉਹਨਾਂ ਦੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 10ਵੇਂ ਸਥਾਨ ਤੇ ਹਨ। ਪੁਰ ਆਨੰਦ ਜਿਨ ਕੀ ਰਜਧਾਨੀ, ਵਧਿਓ ਤੁਰਕ ਸੋ ਬੈਰ ਮਹਾਨੀ। ਸ੍ਰੀ ਅਨੰਦਪੁਰ ਸਾਹਿਬ ਜਿਨ੍ਹਾਂ ਦੀ ਰਾਜਧਾਨੀ ਹੈ, ਤੁਰਕਾਂ ਦੇ ਨਾਲ ਇਸ ਕਰਕੇ ਵੈਰ ਹੈ ਕਿਉਂਕਿ ਤੁਰਕ ਬਹੁਤ ਜ਼ਿਆਦਾ ਜ਼ੁਲਮੀ ਹਨ, ਦੂਜੇ ਦੇ ਧਰਮ ਨੂੰ ਖਤਮ ਕਰਦੇ ਹਨ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਦੁਨੀਆ ਦੇ ਅੰਦਰੋਂ ਭੈੜੇ ਲੋਕਾਂ ਨੂੰ ਮਾਰ ਕੇ ਮਰਿਆਦਾ ਨੂੰ ਕਾਇਮ ਕਰਨ ਲਈ ਇਹ ਰੂਪ ਧਾਰਿਆ ਹੈ। ਕਈ ਲੱਖ ਜੋਧਾ ਜਿਨ ਧਾਇਓ, ਬਹੁ ਬਾਰੀ ਸੰਗਰਾਮ ਮਚਾਇਓ। ਕਈ ਲੱਖ ਯੋਧਾ ਉਹਨਾਂ ਦਾ ਮਾਰਿਆ, ਬਹੁਤ ਵਾਰੀ ਜੰਗ ਗੁਰਾਂ ਨੇ ਕੀਤੇ ਹਨ। ਪ੍ਰਥਮ ਆਨੰਦਪੁਰੇ ਰਣ ਭਏ, ਪੁਨ ਚਮਕੌਰ ਤੁਰਕ ਦੋ ਛੇ। ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਜੰਗ ਹੋਏ ਨੇ। ਇਸੇ ਪ੍ਰਕਾਰ ਭੰਗਾਣੀ ਦਾ ਯੁੱਧ, ਬਾਅਦ ਵਿੱਚ ਸ੍ਰੀ ਅਨੰਦਪੁਰ ਸਾਹਿਬ, ਫਿਰ ਚਮਕੌਰ ਸਾਹਿਬ ਆ ਕੇ ਬੜਾ ਭਾਰੀ ਜੰਗ ਹੋਇਆ। ਔਰ ਜੰਗ ਮੁਕਤ ਸਰ ਭਇਓ, ਸੋ ਗੁਰ ਅਬ ਆਮਨੀਤ ਕਇਓ। ਫਿਰ ਸ੍ਰੀ ਮੁਕਤਸਰ ਸਾਹਿਬ ਤੁਸੀਂ ਸੁਣਿਆ ਹੋਣਾ ਜੰਗ ਹੋਇਆ ਹੈ, ਜਿੱਥੇ ਪਾਵਨ ਪਵਿੱਤਰ ਸਥਾਨ ਗੁਰਾਂ ਨੇ ਰਚਿਆ ਮੁਕਤਸਰ ਸਾਹਿਬ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਦਮਦਮਾ ਸਾਹਿਬ ਠਹਿਰੇ ਨੇ, ਹੁਣ ਇੱਧਰ ਨੂੰ ਆਏ ਨੇ। ਸਾਹਿਬਜ਼ਾਦੇ ਰਣ ਮੈਂ ਦੋਏ, ਬਾਲਕ ਦਵੈ ਤੁਰਕਨ ਗੈ ਸੋਏ। ਦੋ ਸਾਹਿਬਜ਼ਾਦੇ ਵੱਡੇ, ਬਾਬਾ ਅਜੀਤ ਸਿੰਘ ਜੀ ਪਹਿਲਿਆਂ ਦਾ ਵੱਡਿਆਂ ਦਾ ਨਾਮ, ਦੂਜੇ ਸਨ ਬਾਬਾ ਜੁਝਾਰ ਸਿੰਘ ਜੀ, ਜਿਨ੍ਹਾਂ ਦਾ ਅੱਜ ਜੋੜ ਮੇਲਾ ਆਪਾਂ ਮਨਾ ਰਹੇ ਹਾਂ। ਸ਼ੁਰੂ ਹੈ ਬਸ ਜੋੜ ਮੇਲਾ। ਤਾਂ ਉਸ ਤੋਂ ਛੋਟੇ ਸਾਹਿਬਜ਼ਾਦੇ ਜੋ ਜਿਨ੍ਹਾਂ ਦਾ ਜੋੜ ਮੇਲਾ 26, 27, 28 ਤਰੀਕ ਤੱਕ ਹੈ। ਇਸ ਤਰ੍ਹਾਂ ਉਹਨਾਂ ਦਾ ਜ਼ਿਕਰ ਕੀਤਾ ਕਿ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਨ ਨੇ ਫੜ ਕੇ ਸੋ ਦੀਵਾਰਾਂ ਦੇ ਵਿੱਚ ਚਿਣ ਦਿੱਤੇ ਸਨ, ਚਿਣ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਮ ਚਾਰੋ ਤਿਨ ਕੇ ਸਿਰ ਚੜੇ, ਰਾਜ ਤੇ ਦਿਪ ਕੋ ਨਿਤ ਹਰੇ। ਇਉਂ ਚਾਰਾਂ ਨੇ ਆਪਣੇ ਠੀਕਰ ਫੋਰ ਦਲੀਸ ਸਿਰ, ਆਪਣੇ ਸਰੀਰ ਰੂਪੀ ਠੀਕਰ ਨੂੰ ਤੋੜਿਆ। ਪਹਿਲਾਂ 5ਵੇਂ ਪਾਤਸ਼ਾਹ ਨੇ ਤੁਰਕਾਂ ਦੇ ਸਿਰ ਤੇ ਠੀਕਰਾ ਭੰਨਿਆ, ਫਿਰ 9ਵੇਂ ਪਾਤਸ਼ਾਹ ਨੇ ਪ੍ਰਭੁਰ ਕੀ ਜਾਂ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਫਿਰ ਇਹੀ ਪਿਰਤ ਅੱਗੇ ਚਲਾਉਂਦਿਆਂ ਹੋਇਆਂ ਉਹਨਾਂ ਦੇ ਪੋਤਰੇ ਚਾਰੇ ਸਾਹਿਬਜ਼ਾਦੇ ਆਪਣਾ ਸਰੀਰ ਰੂਪੀ ਠੀਕਰਾ ਤੁਰਕਾਂ ਦੇ ਸਿਰ ਦੇ ਉੱਤੇ ਭੰਨ ਗਏ ਹਨ। ਸੁਨੀ ਮਹੰਤ ਜੈਤ ਸਭ ਬਾਤ, ਅਚਰਜ ਧਰਤਰ ਦੇ ਅਹਲਾਦ। ਸੋ ਜਦੋਂ ਸਾਰਾ ਪ੍ਰਸੰਗ ਸੁਣਿਆ ਕਿ ਕਿੰਨਾ ਜ਼ੁਲਮ ਹੋਇਆ ਹੈ, ਇਸ ਤਰ੍ਹਾਂ ਫਿਰ ਮਹੰਤ ਜੈਤ ਸਾਹਿਬ ਜੀ ਸੁਣ ਕੇ ਭਾਵੁਕ ਹੋ ਗਏ ਬਹੁਤ, ਅਤੇ ਬੜੇ ਹੈਰਾਨ ਵੀ ਹੋਏ ਕਿ ਅੱਛਾ ਉਹ ਹਨ ਸੱਚੇ ਪਾਤਸ਼ਾਹ, ਕਿਉਂਕਿ
ਆਪ ਅੰਤਰਜਾਮੀ ਨੇ, ਬੜੇ ਭਜਨੀਕ ਪੁਰਸ਼ ਨੇ, ਪਤਾ ਵੀ ਹੁੰਦਾ ਕਿ ਇਹ ਕੌਣ ਹਨ। ਕਹਾ ਤੁਰਕਪਤੀ ਸਭ ਛਿਤ ਮਾਲਕ, ਮਹਾ ਸੁਭਟ ਤੇ ਸੋਰਣ ਘਾਲਕ। ਉਹ ਕਿੱਥੇ ਤੁਰਕਪਤੀ ਭਾਵ ਨਰੰਗਾ ਅਤੇ ਕਿੱਥੇ ਥੋੜੇ ਸੂਰਮੇ ਇਹਨਾਂ ਦੇ ਪਾਸ। ਫਿਰ ਵੀ ਇਹਨਾਂ ਨੇ ਉਹਨਾਂ ਬਹੁਤ ਸਾਰਿਆਂ ਨਾਲ ਥੋੜੇ ਸੂਰਮੇ ਲੈ ਕੇ ਜੰਗ ਕੀਤਾ ਹੈ। ਇਕੱਠੇ ਕਰੇ ਸਾਧ ਤਿਸ ਕਾਲਾ, ਦਰਸ਼ਨ ਕਰਨ ਹੇਤ ਸੋ ਚਾਲਾ। ਸਾਧੂਆਂ ਨੂੰ ਆਪਣੇ ਨਾਲ ਦਿਆਂ ਨੂੰ ਇਕੱਠੇ ਕੀਤਾ। ਚਲੋ ਬਈ, ਰੋਜ਼ ਮਿਹਨਤ ਕਰਦੇ ਹੋ ਕਿ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਰੋਜ਼ ਕਹਿੰਦੇ ਹੋ ਕਿ ਅਸੀਂ ਪ੍ਰਮਾਤਮਾ ਨੂੰ ਮਿਲਣਾ ਹੈ, ਆਓ ਤੁਹਾਨੂੰ ਪ੍ਰਮਾਤਮਾ ਦੇ ਦਰਸ਼ਨ ਕਰਾਉਣੇ ਆ। ਤੁਸੀਂ ਕਹਿੰਦੇ ਹੋ ਤੁਹਾਡੀ ਹੁਣ ਅੱਜ ਕਮਾਈ ਸਫਲ ਹੀ ਹੋ ਗਈ ਹੈ, ਜਿੰਨੀ ਤੁਸੀਂ ਭਗਤੀ ਕੀਤੀ ਹੈ, ਅੱਜ ਚਲੋ ਉਹਨਾਂ ਦੇ ਕੋਲ ਚੱਲਦੇ ਆ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਆਓ ਤੁਸੀਂ ਚੱਲੋ, ਕਰੋ ਗੁਰਾਂ ਦੇ ਦਰਸ਼ਨ, ਮਨ ਮੰਗੀਆਂ ਮੁਰਾਦਾਂ ਪਾ ਲਓ। ਜੈ ਪ੍ਰਭ ਥਿਰੇ ਦੀਵਾਨ ਲਗਾਏ, ਚਿਤਵਤ ਮਹਿਮਾ ਤੋ ਤੈ ਆਏ। ਸੋ ਜਿੱਥੇ ਸਤਿਗੁਰੂ ਮਹਾਰਾਜ ਜੀ ਸੋਹਣਾ ਦੀਵਾਨ ਲਾ ਕੇ ਸਜੇ ਹੋਏ ਨੇ, ਮਹਿਮਾ ਨੂੰ ਚਿਤਵਦਾ ਹੈ, ਕਦਰ ਹੈ ਕਿ ਇਹਨਾਂ ਨੇ ਕਿੰਨੀ ਕੁਰਬਾਨੀ ਕੀਤੀ। ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਏ, ਪਿਤਾ ਜੀ ਸ਼ਹੀਦ ਹੋ ਗਏ, ਪੰਜਵੇਂ ਪਾਤਸ਼ਾਹ ਨੇ ਕੁਰਬਾਨੀ ਕੀਤੀ। ਜਿਨ੍ਹਾਂ ਨੂੰ ਗੁਰੂ ਘਰ ਬਾਰੇ ਪਤਾ ਹੈ, ਇਹਨਾਂ ਨੂੰ ਸੋਝੀ ਹੈ, ਕਿਉਂਕਿ ਦਾਦੂ ਜੀ ਪੰਜਵੇਂ ਪਾਤਸ਼ਾਹ ਵੇਲੇ ਹੋਏ ਨੇ, ਇਸ ਕਰਕੇ ਇਹਨਾਂ ਨੂੰ ਸਾਰਾ ਗਿਆਨ ਹੈ। ਬੜੇ ਪਿਆਰ ਨਾਲ ਦਰਸ਼ਨ ਕਰਨ ਆਏ ਹਨ। ਨਿਤ ਹੋਏ ਕਰਤੇ ਕਰ ਨਮੋ, ਨੇੜੇ ਆ ਕੇ ਬਹੁਤ ਹੀ ਪਿਆਰ ਦੇ ਨਾਲ ਚਰਨਾ ਕਮਲਾਂ ਪਰ ਮੱਥਾ ਰੱਖ ਕੇ ਮੱਥਾ ਟੇਕਿਆ। ਸ੍ਰੀ ਗੁਰ ਬਿਖ ਮਹੰਤ ਤੇ ਸਨੋ, ਸਤਿਗੁਰੂ ਵੀ ਜਾਣੀ ਜਾਣ ਨੇ, ਅੱਛੀ ਰੂਹ ਨੂੰ ਦੇਖ ਕੇ ਸਤਿਗੁਰੂ ਵੀ ਸਤਿਕਾਰ ਕਰਦੇ ਨੇ। ਉਹਨੂੰ ਦੇਖ ਕਰਕੇ ਉਸ ਵਕਤ ਸਾਦਰ ਨਿਤ ਬਿਠਾਵਨ ਕਰਿਓ, ਬੈਠ ਦਰਸ ਕਰ ਆਨੰਦ ਭਰਿਓ। ਸਤਿਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਨੇੜੇ ਲਿਆਓ, ਕੋਲ ਬਿਠਾ ਲਿਆ। ਆਓ ਮਹੰਤ ਜੀ ਸਾਡੇ ਪਾਸ ਬੈਠੋ। ਔਰ ਸਤਿਗੁਰੂ ਜੀ ਦੇ ਬੜੇ ਭਾਵਨਾ ਨਾਲ, ਪ੍ਰੇਮ ਨਾਲ ਮਹੰਤ ਜੀ ਨੇ ਦਰਸ਼ਨ ਕੀਤੇ ਹਨ। ਸਾਹਿਬ ਜ਼ਾਦਨ ਕੀ ਕਰ ਗਾਥਾ, ਬੋਲਤ ਭਇਓ ਗੁਰੂ ਕੇ ਸਾਥਾ। ਇਹ ਸਿਆਣੇ ਬੰਦਿਆਂ ਦਾ ਕਰਮ ਹੈ, ਆਮ ਬੰਦੇ ਨੂੰ ਕੀ ਪਤਾ ਹੈ। ਪਹਿਲਾਂ ਜਾ ਕੇ ਉਹੀ ਗੱਲ ਕੀਤੀ ਜੋ ਕਰਨ ਯੋਗ ਹੈ। ਪਹਿਲਾਂ ਜਾ ਕੇ ਸਾਹਿਬਜ਼ਾਦਿਆਂ ਦਾ ਹੀ ਜ਼ਿਕਰ ਕੀਤਾ, ਜਿਹੜੀ ਗੱਲ ਹੁੰਦੀ ਕਰਨ ਵਾਲੀ। ਕਿ ਮਹਾਰਾਜ ਮੈਨੂੰ ਇਹ ਬੜਾ ਦੁੱਖ ਹੋਇਆ ਕਿ ਆਪਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ ਚਾਰੇ, ਅਤੇ ਮਾਤਾ ਜੀ ਪਰਿਵਾਰ ਸਾਰਾ ਵਿਛੋੜਾ ਹੋ ਗਿਆ ਹੈ, ਮਾਤਾਵਾਂ ਬਾਅਦ ਵਿੱਚ ਪਹੁੰਚੀਆਂ ਨੇ। ਇਉਂ ਜਾ ਕੇ ਇੱਕ ਅੱਛੀ ਸੋਝੀ ਵਾਲਾ ਬੰਦਾ ਹੀ ਬਚਨ ਕਰਦਾ ਹੈ। ਇਸੀ ਹੇਤ ਸ਼੍ਰੀ ਦਾਤੂ ਕਹਿਓ, ਨਿਰਦਾਵੇ ਮੈਂ ਬੋ ਸੁਖ ਲਿਓ। ਸੋ ਮਹਾਰਾਜ ਪਰ ਬੇਨਤੀ ਹੈ ਕਿ ਇਹ ਦਾਵਾ ਜਿਹੜਾ ਕਰਦੇ ਆ ਆਪਾਂ, ਇਹਨਾਂ ਕਰਕੇ ਮੈਂ ਤਾਂ ਜਾਣਦਾ ਕਿ ਦੁੱਖ ਤਕਲੀਫ ਹੁੰਦਾ। ਸਾਡੇ ਗੁਰੂ ਜੀ ਦਾਦੂ ਜੀ ਨੇ ਸਾਨੂੰ ਕਿਹਾ ਕਿ ਨਿਰਦਾਵਾ ਹੀ ਠੀਕ ਹੈ। ਦਾਵੇ ਬੰਨਣ ਨਾਲ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹੇ ਨਿਸੰਗ। ਭਗਤ ਕਬੀਰ ਜੀ ਨੇ ਵੀ ਮਹਾਰਾਜ ਜੀ ਇਹੀ ਕਿਹਾ ਸੀ, ਕਹਿੰਦੇ ਕਿ ਝਗੜੇ ਨਾ ਹੋਣ। ਝਗੜੇ ਕਿਉਂ ਹੁੰਦੇ ਨੇ? ਇਹ ਦਾਵਾ ਬੰਨਣ ਕਰਕੇ ਹੁੰਦੇ ਨੇ। ਹੁਣ ਸਤਿਗੁਰੂ ਦਾ ਤਾਂ ਬਹੁਤ ਉੱਚਾ ਆਸ਼ਾ ਹੈ, ਪਰ ਇਹ ਜਿੰਨੀ ਕਿ ਇਹਦੀ ਬੁੱਧੀ ਹੈ ਉਹਦੇ ਮੁਤਾਬਕ ਸਤਿਗੁਰੂ ਨੂੰ ਆਪਣੇ ਵੱਲੋਂ, ਜਿਵੇਂ ਜੱਲਣ ਜੱਟ ਕੋਲ ਛੇਵੇਂ ਪਾਤਸ਼ਾਹ ਗਏ ਸੀ ਜੰਗਲ ਦੇ ਵਿੱਚ, ਜੱਲਣ ਨੂੰ ਕੋਲ ਬਿਠਾ ਲਿਆ। ਕਹਿੰਦੇ ਜੱਲਣਾ ਆ ਤੁਰਕ ਸਾਡੇ ਬੜੇ ਮਗਰ ਪਏ ਨੇ। ਕਹਿੰਦਾ ਮਹਾਰਾਜ ਸੱਚ ਬੋਲਦੇ ਆ, ਗੁੱਸਾ ਤਾਂ ਨਹੀਂ ਕਰਦੇ? ਕਹਿੰਦੇ ਨਹੀਂ, ਤੇਰਾ ਕਾਹਦਾ ਗੁੱਸਾ ਕਰਨਾ, ਤੂੰ ਤਾਂ ਭਾਈ ਰੱਬ ਦਾ ਪਿਆਰਾ। ਉਹਨੇ ਫਿਰ ਸਿੱਧੀ ਜੱਟਾਂ ਵਾਲੀ ਬੋਲੀ ਬੋਲ ਦਿੱਤੀ। ਕਹਿੰਦੇ ਮਹਾਰਾਜ ਪਹਿਲਾਂ ਤਾਂ ਠੀਕ ਸੀ ਕੰਮ, ਆ ਜਾਦੀ ਕੁੱਤੀ ਪਾਵੇ ਨਾਲ ਬੰਨੀ ਹੈ ਨਾ, ਜਿਆਦਾ ਕੰਮ ਖਰਾਬ ਹੋਇਆ। ਸਿੰਘ ਸਾਰੇ ਨਾਲ ਦੇ ਭਾਈ ਵੀ ਚੰਦ ਹੁਣੀ ਦੇਖਣ ਵੀ ਇਹ ਕੀ ਬੋਲਦਾ ਹੈ। ਕਹਿੰਦੇ ਮਹਾਰਾਜ ਇਹ ਕੀ ਕਹਿੰਦੇ ਨੇ ਭਗਤ ਜੀ? ਮਹਾਰਾਜ ਕਹਿੰਦੇ ਇਹ ਕਹਿੰਦੇ ਆ ਕਿ ਪਹਿਲੇ ਸਰੂਪਾਂ ਵੇਲੇ ਮਾਇਆ ਅੰਗੀਕਾਰ ਨਹੀਂ ਕੀਤੀ। ਪਹਿਲੇ ਦੂਜੇ ਤੀਜੇ ਸਰੂਪ ਵਿੱਚ, ਚੌਥੇ ਸਰੂਪ ਵਿੱਚ ਆ ਕੇ ਉਹ 84 ਪਿੰਡਾਂ ਵਾਲਾ ਜਿਹੜਾ ਪਟਾ ਆ ਗਿਆ ਨਾ, ਇਹ ਮਾਇਆ ਰੂਪੀ ਕੁੱਤੀ ਜਿਹੜੀ ਹੈ ਪਾਵੇ ਨਾਲ ਬੰਨੀ ਗਈ ਜਾਂਦੀ, ਉਦੋਂ ਨੇ ਨਿਗਾਹ ਮਾੜੀ ਹੋ ਗਈ ਸਭ ਦੀ। ਨਹੀਂ ਪਹਿਲਾਂ ਚੰਗਾ ਭਲਾ ਸੀ, ਆਜ਼ਾਦ ਸਨ। ਆ ਮਾਇਆ ਕਰਕੇ ਸਾਰੇ ਪੁਆੜੇ ਪੈਂਦੇ ਨੇ। ਮਹਾਰਾਜ ਇਹਨੂੰ ਖੋਲ ਦਿਓ ਪਰੇ। ਸੋ ਇਸ ਤਰੀਕੇ ਨਾਲ ਇਹ ਵੀ ਆਪਣੇ ਵੱਲੋਂ, ਕਿਉਂਕਿ ਇਹ ਤਾਂ ਸੰਤਾਂ ਦਾ ਮਤ ਹੈ ਨਾ, ਇਹਨੂੰ ਪਰੇ ਜਾਣ ਦਿਓ। ਨਿਰਲੇਪ ਰਹੋ, ਤਿਆਗੀ ਰਹੋ, ਵਿਰਾਗੀ ਰਹੋ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਉੱਪਰੋਂ ਦੀ ਸੋਹਣਾ ਜਵਾਬ ਦੇਣਗੇ। ਦੋਹੇਰਾ ਦਾਦੂ ਦਾਵਾ ਦੂਰ ਕਰ,
ਬਿਨ ਦਾਵੇ ਬਿਨ ਕੱਟ। ਮਹਾਰਾਜ ਜੀ ਦਾਦੂ ਜੀ ਨੇ ਤਾਂ ਇਉਂ ਕਿਹਾ ਕਿ ਦਾਦੂ ਦਾਵਾ ਦੂਰ ਕਰ। ਕਿਸੇ ਥਾਂ ਦਾ ਕਾਹਦਾ ਦਾਵਾ? ਬਿਨ ਦਾਵੇ ਦਿਨ ਕੱਟਣੇ ਚਾਹੀਦੇ ਨੇ। ਸੰਤਾਂ ਮਹਾਤਮਾ ਨੂੰ ਕੋਈ ਥਾਂ ਤੇ ਉੱਤੇ ਦਾਵਾ ਕਰਨ ਦੀ ਲੋੜ ਹੀ ਨਹੀਂ। ਇਹ ਮੇਰਾ ਹੈ, ਇਹ ਮੇਰਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਸਮਝਾ ਰਿਹਾ ਆਪਣੇ ਵੱਲੋਂ। ਬੇਟੀ ਸੌਦਾ ਕਰ ਗਈ ਇੱਕ ਪਸਾਰੀ ਦੇ ਹੱਟ। ਤੋ ਕਿੰਨੇ ਕੁ ਦੁਨੀਆ ਸੌਦਾ ਕਰ ਕਰਕੇ ਚਲੀ ਗਈ, ਇੱਥੋਂ ਇੱਥੇ ਹੱਟਾਂ ਪਸਾਰ ਕੇ ਚਲੀ ਗਈ, ਮੇਰਾ ਮੇਰਾ ਕਹਿ ਕੇ ਚਲੀ ਗਈ। ਇਸ ਕਰਕੇ ਲੜਾਈ ਝਗੜਾ ਹੁੰਦਾ ਹੀ ਇਹਨਾਂ ਚੀਜ਼ਾਂ ਕਰਕੇ ਹੈ। ਜੋ ਪਈ ਦਾਵਾ ਕਰਨੇ ਮੈਂ ਦੁੱਖ ਕਨੇ। ਮਹਾਰਾਜ ਜੀ ਇਹ ਜਿਹੜਾ ਦਾਵਾ ਕਰਨਾ ਹੈ ਨਾ ਕਿਸੇ ਥਾਂ ਦੇ ਉੱਤੇ, ਇਹ ਮੇਰਾ ਥਾਂ ਹੈ। ਤਾਂ ਉਹਨਾਂ ਸਿੰਘਾਂ ਨੇ ਕਿਹਾ ਸੀ ਕਿ ਇਹਨਾਂ ਨੇ ਰਾਜਧਾਨੀ ਬਣਾਈ ਸ੍ਰੀ ਅਨੰਦਪੁਰ ਸਾਹਿਬ, ਜਾਂ ਇਸ ਤਰ੍ਹਾਂ ਇਹਨਾਂ ਨੇ ਜੰਗ ਕੀਤੇ, ਫੌਜਾਂ ਰੱਖੀਆਂ। ਉਹ ਗੱਲ ਕਰਦਾ ਕਿ ਮਹਾਰਾਜ ਦਾਵਾ ਕਰਨ ਦੇ ਵਿੱਚ ਬਹੁਤ ਸੰਕਟ ਹੈ। ਉੱਠੇ ਉਪਾਦ ਨ ਜਾਈ ਗਨੇ। ਇੰਨੇ ਉਪਾਧੀਆਂ ਖੜੀਆਂ ਹੋ ਜਾਂਦੀਆਂ ਨੇ ਦਾਵਾ ਕਰਨ ਵਿੱਚ ਕਿ ਗਿਣਤੀ ਨਹੀਂ ਹੋ ਸਕਦੀ। ਨਿਰਦਾਵੇ ਮੈਂ ਸਭ ਸੁਖ ਹੈ। ਮਹਾਰਾਜ ਜੀ ਨਿਰਦਾਵੇ ਵਿੱਚ ਸਾਰਾ ਸੁੱਖ ਹੈ। ਜਿਵੇਂ ਬਿਰਗਤ ਹੁੰਦਾ ਹੈ, ਅੱਜ ਵੀ ਰਾਤ ਇੱਥੇ ਕੱਟੀ, ਦੂਜੀ ਰਾਤ ਕਿਤੇ ਕੱਟੀ, ਤੀਜੀ ਕਿਤੇ ਕੱਟੀ। ਦੁਨੀਆ ਨਾਲੋਂ ਨਿਰਲੇਪ ਰਹਿ ਕੇ ਹੀ ਚੰਗਾ ਰਹਿੰਦਾ ਹੈ। ਖਿਮਾ ਕਰਨ ਤੇ ਨਰ ਸੁਲ ਹੈ। ਸੋ ਖਿਮਾ ਕਰਨੇ ਕਰਕੇ ਹੀ ਬੰਦਾ ਇਹ ਪ੍ਰਾਪਤੀ ਕਰ ਸਕਦਾ ਹੈ। ਸੁਨ ਸਤਿਗੁਰ ਤਬ ਤਿਸੈ ਸੁਨਾਇਓ ਸੰਤਨ ਕੇ ਮਤ ਇਨ ਬਨ ਆਇਓ। ਸੁਣ ਕੇ ਸਤਿਗੁਰੂ ਮਹਾਰਾਜ ਨੇ ਫੇਰ ਕਿਹਾ, ਹਾਂ ਭਾਈ ਠੀਕ ਹੈ, ਤੇਰੀ ਗੱਲ ਗਲਤ ਨਹੀਂ ਹੈ। ਸੰਤਾਂ ਦੇ ਮਤ ਵਿੱਚ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਜਿਨੋ ਧਰਮ ਕੀ ਰੱਖਿਆ ਕਰਨੀ ਸੁਨ ਤਿਨ ਕੀ ਗਤ ਜਿਮ ਹੈ ਪਰਨੀ। ਸੁਣੋ ਭਾਈ, ਗੱਲ ਇਹ ਹੈ, ਤੁਸੀਂ ਧਰਮੀ ਹੋ। ਜੇ ਤੁਹਾਡੇ ਡੇਰੇ ਨੂੰ ਕੋਈ ਲੁੱਟਣ ਆ ਪਏ, ਅਸੀਂ ਫਿਰ ਰੱਖਿਆ ਕਰਨੀ ਹੈ। ਤੇ ਰੱਖਿਆ ਹੁਣ ਮਾਲਾ ਨਾਲ ਤਾਂ ਹੋਣੀ ਨਹੀਂ, ਰੱਖਿਆ ਡੰਡਿਆਂ ਨਾਲ ਨਹੀਂ ਹੁੰਦੀ। ਤਲਵਾਰਾਂ ਚਾਹੀਦੀਆਂ, ਬੰਦੂਕਾਂ ਚਾਹੀਦੀਆਂ ਨੇ, ਸੁਰੱਖਿਆ ਪਹਿਰਾ ਚਾਹੀਦਾ। ਉਹਦੇ ਲਈ ਤਾਂ ਭਾਈ ਜਦੋਂ ਧਰਮ ਦੀ ਰੱਖਿਆ ਰਾਮਚੰਦਰ ਜੀ ਨੇ ਕਰਨੀ ਸੀ, ਉਹ ਵੀ ਤਾਂ ਸ਼ਸਤਰ ਲੈ ਕੇ ਗਏ ਸੀ। ਫਿਰ ਕ੍ਰਿਸ਼ਨ ਜੀ ਨੇ ਸ਼ਸਤਰ ਚੁੱਕਣੇ ਪਏ। ਕ੍ਰਿਸ਼ਨ ਜੀ ਫਿਰ ਵੈਸੇ ਵੀ ਤਾਂ ਕਰ ਸਕਦੇ ਸੀ। ਇਹ ਸ਼ੁਰੂ ਤੋਂ ਲੈ ਕੇ ਇੱਕ ਮਰਿਆਦਾ ਚੱਲੀ ਆਈ ਹੈ ਕਿ ਜਦੋਂ ਜਦੋਂ ਲੋਕ ਧਰਮ ਤੋਂ ਗਿਲਾਨੀ ਕਰਦੇ ਨੇ, ਧਰਮ ਨਾਲ ਮਾੜਾ ਕਰਦੇ ਨੇ, ਫਿਰ ਉਹਨਾਂ ਦੁਸ਼ਟਾਂ ਨੂੰ ਸੋਧਾ ਲਾਉਣ ਵਾਸਤੇ ਪ੍ਰੇਮੀਆਂ ਨੂੰ ਤਾਂ ਦੂਜੀ ਸ਼ਕਤੀ ਨਾਲ ਹੀ ਠੀਕ ਕਰ ਲਈਦਾ, ਪਰ ਦੁਸ਼ਟਾਂ ਨੂੰ ਸੋਧਾ ਲਾਉਣ ਲਈ ਉਹ ਸ਼ਕਤੀ, ਅਮੋਲਕ ਸ਼ਕਤੀ ਵਰਤਣ ਦੀ ਲੋੜ ਨਹੀਂ। ਜਦ ਇੱਕ ਕੁੱਕਰ ਹੈ ਉਹ ਡੰਡੇ ਨਾਲ ਹੀ ਠੀਕ ਹੁੰਦਾ, ਉੱਥੇ ਕਰਾਮਾਤ ਦੀ ਕੀ ਲੋੜ ਹੈ। ਇਸ ਕਰਕੇ ਇਹ ਜਿਹੜੇ ਲੋਕ ਧਰਮ ਨੂੰ ਨੁਕਸਾਨ ਕਰਦੇ ਨੇ, ਇਹਨਾਂ ਨੂੰ ਤਾਂ ਅਸੀਂ ਫਿਰ ਡੰਡੇ ਨਾਲ ਹੀ ਸਿੱਧਾ ਕਰਦੇ ਹਾਂ। ਤੋਹੇਰਾ ਦਾਦੂ ਦਾਵਾ ਬੰਦ ਕੇ ਸਭ ਕੋ ਲਈਏ ਲੁੱਟ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਸੀਂ ਤਾਂ ਇਉਂ ਕਹਿੰਦੇ, ਦਾਦੂ ਦਾਵਾ ਬੰਨ ਕੇ ਸਭ ਕੋ ਲਈਏ ਲੁੱਟ। ਭਾਵ ਕਿਹਨਾਂ ਨੂੰ? ਉਹ ਜਿਹੜੇ ਲੋਕ ਖਰਾਬ ਕਰਦੇ ਨੇ, ਪਰੇਸ਼ਾਨ ਕਰਦੇ ਨੇ। ਮਹਾਰਾਜ ਕਹਿੰਦੇ ਤੁਹਾਨੂੰ ਉਦੋਂ ਨਹੀਂ ਇਹ ਗੱਲਾਂ ਆਉੜੀਆਂ ਜਦ ਕਹਿੰਦੇ ਸੀ ਜੰਨੂ ਲਾ ਕੇ ਸੁਨਤ ਕਰਾ ਲਓ, ਤੁਰਕ ਬਣ ਜਾਓ। ਉਹ ਮਾੜਾ ਮੋਟਾ ਤਾਂ ਦਾਵਾ ਰੱਖਣਾ ਚਾਹੀਦਾ ਹੈ, ਸੱਤ ਵਾਲਾ ਫੰਕਾਰਾ ਦਾ ਰੱਖੇ। ਇਹ ਤਾਂ ਨਹੀਂ ਆਪਦਾ ਧਰਮ ਹੀ ਛੱਡ ਦੇਵੇ। ਧਰਮ ਉੱਤੇ ਤਾਂ ਦਾਵਾ ਹੋਣਾ ਚਾਹੀਦਾ ਕਿ ਮੈਂ ਹਿੰਦੂ ਹਾਂ, ਮੇਰਾ ਜੰਨੂ ਹੈ, ਤਿਲਕ ਹੈ। ਛੱਡ ਦੋਗੇ ਆਪਣਾ ਧਰਮ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਦਾਵਾ ਤਾਂ ਰੱਖਣਾ ਚਾਹੀਦਾ। ਤੇ ਇਹੋ ਜਿਹੇ ਜਿਹੜੇ ਪਾਪੀ ਲੋਕ ਨੇ, ਜ਼ਾਲਮ ਨੇ, ਦਾਵਾ ਰੱਖ ਕੇ ਧਰਮ ਦਾ ਦਾਵਾ ਰੱਖ ਕੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਸੋਧਾ ਲਾ ਕੇ ਲੁੱਟਣਾ ਚਾਹੀਦਾ ਹੈ। ਇੱਕੋ ਰੈਸੀ ਖਾਲਸਾ ਹੋਰ ਸਭ ਮਰਸੀ ਹੁੱਟ। ਹੋਰ ਤਾਂ ਸਾਰੇ ਹੁੱਟ ਕੇ ਮਰ ਜਾਣਗੇ, ਇੱਕੋ ਖਾਲਸਾ ਹੀ ਰਹੇਗਾ, ਬਾਕੀ ਸਭ ਸਮਾਪਤੀਆਂ ਹੋ ਜਾਣਗੀਆਂ, ਕਿਉਂਕਿ ਬਾਕੀਆਂ ਦੇ ਕਾਨੂੰਨ ਹੀ ਨਹੀਂ ਠੀਕ ਹੈਗੇ। ਧਰਮ ਵਿਗਾਰੇ ਹਿੰਦੂ ਤੁਰਕਾ। ਸੋ ਇਹ ਜਿਹੜਾ ਆਪਣਾ ਧਰਮ ਹੈ ਨਾ, ਇਹ ਹਿੰਦੂ ਅਤੇ ਤੁਰਕਾਂ ਨੇ ਆਪਣਾ ਧਰਮ ਵਿਗਾੜ ਹੀ ਲਿਆ। ਨਿਸ਼ਚਾ ਕਰਿਓ ਦੂਰ ਸਭ ਉਰਕਾ। ਉਹ ਜਿਹੜਾ ਮਨ ਦਾ ਭਰੋਸਾ ਸੀ ਪ੍ਰਮਾਤਮਾ ਉੱਤੇ, ਸਾਰਿਆਂ ਨੇ ਦੂਰ ਕਰ ਦਿੱਤਾ। ਗੈ ਕੈ ਸ਼ਸਤਰ ਦੀਜੀਐ ਦੰਡ। ਸੋ ਪਕੜ ਕਰਕੇ ਸ਼ਸਤਰ ਦੰਡ ਦੇਣਾ ਕਰੋ। ਰਹਿ ਧਰਮ ਤਵ ਦੁਸ਼ਟਨ ਖੰਡ। ਤਾਂ ਇਹ ਧਰਮ ਰਹਿ ਸਕਦਾ ਹੈ। ਧਰਮ ਰੱਖਣਾ ਵੀ ਤਾਂ ਹੈ ਨਾ। ਦੁਸ਼ਟਾਂ ਨੂੰ ਖੰਡ ਖੰਡ ਕਰਕੇ, ਟੁਕੜੇ ਟੁਕੜੇ ਕਰਕੇ ਤਾਈਓ ਧਰਮ ਰੱਖਿਆ ਜਾ ਸਕਦਾ। ਜੇ ਤੁਸੀਂ ਕਹੋ ਧਰਮ ਉਹੀ ਰਹਿ ਜਾਂਦਾ ਹੈ, ਫਿਰ ਤਾਂ ਲੋਕ ਖਰਾਬ ਕਰ ਦੇਣਗੇ ਸਾਰੀ ਫੁਲਵਾੜੀ। ਇਸ ਕਰਕੇ ਆਪਣੇ ਧਰਮ ਦੀ ਰੱਖਿਆ ਲਈ ਅਸੀਂ ਖਾਲਸੇ ਨੂੰ
ਜਿੱਥੇ ਨਾਮ ਦਾ ਰਸ ਬਖਸ਼ਿਆ ਹੈ ਉੱਥੇ ਵੀਰ ਰਸ ਵੀ ਬਖਸ਼ਿਆ ਹੈ ਕਿ ਸ਼ਸਤਰ ਨੂੰ ਦੇਖ ਕੇ ਪਹਿਲਾਂ ਤਾਂ ਲੋਕ ਉਹੀ ਡਰ ਜਾਂਦੇ ਨੇ, ਮਾੜਾ ਮੋਟਾ ਤਾਂ ਹੀਏ ਹੀ ਨਹੀਂ ਕਰਦਾ। ਜੈਤ ਕਹੈ ਹਮਰੋ ਗੁਰ ਭਾਖਾ, ਖਿਮਾ ਬਿਖੈ ਸਗਰੋ ਗੁਣ ਰਾਖਾ। ਮਹੰਤ ਜੈਤ ਸਾਹਿਬ ਕਹਿਣ ਲੱਗੇ, ਮਹਾਰਾਜ ਸਾਡੇ ਗੁਰੂ ਦਾਦੂ ਜੀ ਨੇ ਕਿਹਾ ਹੈ ਅਸਲ ਵਿੱਚ ਤਾਂ ਸਾਰੇ ਸੁੱਖ ਖਿਮਾ ਕਰਨ ਵਿੱਚ ਨੇ, ਦੂਜੇ ਨੂੰ ਮਾਫ ਕਰ ਦੇਣਾ ਇਹ ਸਮਾਜਿਕ ਗੱਲ ਹੈ, ਸਮਾਜਿਕ ਤੌਰ ਤੇ ਤਾਂ ਠੀਕ ਹੈ, ਪਰ ਜੇ ਬਾਹਰਲੇ ਦੇਸ਼ ਤੋਂ ਦੁਸ਼ਮਣ ਚੜ੍ਹ ਕੇ ਆ ਜਾਵੇ ਉਦੋਂ ਨਾ ਖਿਮਾ ਕਰੇ। ਉਹ ਫਿਰ ਕੀ ਕਰਦਾ ਅਹਿਮਦ ਸ਼ਾਹ ਅਬਦਾਲੀ, ਹਜ਼ਾਰਾਂ ਗਊਆਂ ਆਪਣੇ ਅੱਗੇ ਲਾ ਕੇ ਆਪ ਪਿੱਛੇ ਪਿੱਛੇ ਫੌਜ ਲੈ ਕੇ ਹਿੰਦੁਸਤਾਨ 'ਚ ਵੜਿਆ। ਹੁਣ ਗਊ ਨੂੰ ਕੋਈ ਮਾਰਦਾ ਨਹੀਂ ਸੀ, ਕਹਿੰਦੇ ਗਊ ਮਾਤਾ ਹੈ। ਇਉਂ ਉਹ ਗਊਆਂ ਦੇ ਆਸਰੇ ਹਿੰਦੁਸਤਾਨ 'ਚ ਪ੍ਰਵੇਸ਼ ਹੋਇਆ। ਹਿੰਦੁਸਤਾਨ ਦੀ ਇੱਜ਼ਤ ਸਾਰੀ ਲੁੱਟੀ ਉਹਨੇ ਆ ਕੇ, ਇੱਥੇ ਰਹਿਣ ਕੱਖ ਨਹੀਂ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਉਂ ਨਹੀਂ ਖਿਮਾ ਕਰੀਦੀ ਹੁੰਦੀ, ਦੁਸ਼ਟ ਨੂੰ ਕਦੇ ਮਾਫ ਨਹੀਂ ਕਰੀਦਾ ਹੁੰਦਾ। ਮਾਫ ਕਰੀਦਾ ਕੋਈ ਬਜ਼ੁਰਗ ਹੈ, ਕੋਈ ਬੱਚਾ ਹੈ, ਕੋਈ ਧਾਰਮਿਕ ਵਿਅਕਤੀ ਹੈ, ਕੋਈ ਸਮਾਜਿਕ ਤੌਰ ਤੇ ਬੰਦਾ ਹੈ। ਜਦੋਂ ਦੁਸ਼ਟ ਚੜ ਕੇ ਆ ਜਾਣ ਦੁਸ਼ਟਾਂ ਨਾਲ ਤੇ ਫਿਰ ਦੂਸਰੇ ਕਰਾਰੇ ਹੱਥੀਂ ਹੀ ਲਈਦਾ ਉਹਨਾਂ ਨੂੰ। ਖਿਮਾ ਬਿਖੈ ਸਗਰੋ ਗੁਣ ਰਾਖਾ, ਜਿਮ ਕਰਨੀ ਸੋ ਰਾਹ ਬਤਾਇਓ, ਪੁਨ ਦੋਹਾ ਕਹਿ ਔਰ ਸੁਣਾਇਓ। ਕਹਿੰਦੇ ਜਿਵੇਂ ਕਰਨੀ ਆ ਉਹ ਰਾਹ ਦੱਸਿਆ ਉਹਨਾਂ ਨੇ ਕਿ ਬਈ ਸਾਧੂ ਸੰਤ ਨੂੰ ਆਪਣੇ ਅੰਦਰ ਖਿਮਾ ਰੱਖਣੀ ਚਾਹੀਦੀ ਹੈ। ਦੋਹਰਾ ਦਾਦੂ ਸਮਾਂ ਵਿਚਾਰ ਕੈ, ਕਲ ਕਾ ਲੀਜੈ ਭਾਏ, ਜੇ ਕੋ ਮਾਰਾ ਟੀਮ ਇਟ ਲੀਜੈ ਸੀਸ ਚੜਾਏ। ਹੁਣ ਦਾਦੂ ਜੀ ਨੇ ਤਾਂ ਇਹ ਭਗਤਾਂ ਨੂੰ ਕਿਹਾ ਸੀ ਬਈ ਕਿਸੇ ਨਾਲ ਝਗੜਾ ਨਹੀਂ ਕਰਨਾ, ਕਿਸੇ ਦਾ ਬੁਰਾ ਨਹੀਂ ਕਰਨਾ, ਕਲਯੁਗ ਦੇ ਸਮੇਂ ਵਿੱਚ ਇਸ ਤਰ੍ਹਾਂ ਪ੍ਰੇਮ ਨਾਲ ਕੱਟੋ। ਜੇ ਕੋਈ ਇੱਟ ਮਾਰਦਾ ਹੈ, ਜੇ ਕੋਈ ਹੋਰ ਕਰਦਾ ਹੈ, ਉਹਨੂੰ ਸਿਰ ਮਸਤਕ ਤੇ ਰੱਖ ਲਓ, ਕੋਈ ਗੱਲ ਨਹੀਂ। ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਸੋ ਇਸ ਕਰਕੇ ਆਪਣਾ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਉਹ ਤਾਂ ਇੱਕ ਹੈ ਧਰਮ ਦੀ ਗੱਲ, ਉਹ ਤਾਂ ਹੈ ਧਰਮੀ ਪੁਰਸ਼ਾਂ ਵਾਸਤੇ। ਪਰ ਜਦੋਂ ਕੋਈ ਸਾਡਾ ਕੁਝ ਰਹਿਣ ਹੀ ਨਾ ਦੇਵੇ ਤਾਂ ਉਹ ਚੀਜ਼ ਅਕਾਲ ਪੁਰਖ ਨੇ ਫੇਰ ਸਾਨੂੰ ਇਸੇ ਕਰਕੇ ਭੇਜਿਆ ਕਿ ਜਾਓ ਪੁੱਤਰ ਜੀ ਦੁਨੀਆ 'ਚ ਜਾਓ, ਜਾ ਕਰਕੇ ਦੁਨੀਆ ਨੂੰ ਸਮਝਾਓ ਕਿ ਇਹਦਾ ਨਾਂ ਧਰਮ ਨਹੀਂ। ਜਿਵੇਂ ਸ਼ਿਵ ਜੀ ਨੂੰ ਲੋਕਾਂ ਨੇ ਸ਼ਿਕਾਇਤ ਕਰਤੀ, ਕਹਿੰਦੇ ਤੁਹਾਡੇ ਆ ਨਦੀ ਤੇ ਪਾਣੀ ਭਰਦੇ ਇੱਕ ਸੱਪ ਬੜਾ ਤੰਗ ਕਰਦਾ, ਹਰੇਕ ਨੂੰ ਡੰਗ ਮਾਰਦਾ। ਸ਼ਿਵ ਜੀ ਨੇ ਸੱਪ ਨੂੰ ਬੁਲਾ ਕੇ ਕਹਿਤਾ ਭਾਈ ਡੰਗ ਨਹੀਂ ਮਾਰਨਾ। ਕਾਫੀ ਸਮੇਂ ਬਾਅਦ ਸ਼ਿਵ ਜੀ ਵਿਚਰਦੇ ਹੋਏ ਫੇਰ ਉੱਥੇ ਆਏ, ਦੇਖਿਆ ਕਿ ਲੋਕ ਉਹ ਸੱਪ ਦਾ ਇੰਨੂ ਬਣਾ ਕੇ ਮਾਈਆਂ ਸਿਰ ਤੇ ਰੱਖ ਕੇ ਉੱਪਰ ਘੜਾ ਰੱਖ ਕੇ ਪਾਣੀ ਵਾਲਾ ਲਈ ਜਾਂਦੀਆਂ। ਸ਼ਿਵ ਜੀ ਵੀ ਪਿੱਛੇ ਪਿੱਛੇ ਹੋਲੇ, ਦੇਖੀਏ ਕੀ ਕਰਦੇ ਨੇ। ਮਾਈ ਨੇ ਉਹ ਸੱਪ ਸੁੱਟ ਦਿੱਤਾ ਸਿਰ ਤੋਂ ਲਾ ਕੇ, ਉਹ ਵਿਚਾਰਾ ਚੁੱਪ ਕਰਕੇ ਫੇਰ ਚਲਾ ਗਿਆ। ਫੇਰ ਇੱਕ ਮਾਈ ਨੇ ਇੰਨੂ ਬਣਾਇਆ ਫਿਰ। ਔਰ ਸ਼ਿਵ ਜੀ ਕਹਿਣ ਲੱਗੇ ਉਹ ਭਲਿਆ ਲੋਕਾ, ਤੈਨੂੰ ਮੈਂ ਕਿਹਾ ਸੀ ਡੰਗ ਨਹੀਂ ਮਾਰਨਾ, ਠੀਕ ਹੈ, ਤੇ ਤੂੰ ਫੰਕਾਰਾ ਵੀ ਛੱਡਤਾ। ਮਾੜਾ ਮੋਟਾ ਤਾਂ ਲੋਕਾਂ ਨੂੰ ਡਰਾ ਕੇ ਰੱਖ, ਤੂੰ ਤਾਂ ਬਿਲਕੁਲ ਡਰਾਉਂਦਾ ਹੀ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਵੀ ਨਹੀਂ ਬਣਨਾ ਵੀ ਕੋਈ ਆ ਕੇ ਸਾਡੇ ਧਰਮ ਦੀ ਬੇਅਦਬੀ ਕਰ ਜਾਵੇ ਤੇ ਅਸੀਂ ਕਹੀਏ ਚਲੋ ਜੀ ਖਿਮਾ ਕਰ ਦਿਓ। ਕਹਿੰਦੇ ਇਹਨੂੰ ਖਿਮਾ ਨਹੀਂ ਕਿਹਾ, ਖਿਮਾ ਦਾ ਅਸਲੀ ਅਰਥ ਸਮਝੋ। ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਹੈ, ਜੇ ਕੋਈ ਸਾਡੇ ਧਰਮ ਦੀ ਬੇਅਦਬੀ ਕਰਦਾ ਹੈ, ਅਸੀਂ ਕਹਿੰਦੇ ਚਲੋ ਮਾਫ ਕਰ ਦਿਓ। ਕਿਉਂ ਮਾਫ ਕਰ ਦਿਓ? ਕੱਲ ਨੂੰ ਫਿਰ ਹੋਰ ਮੂੰਹ ਪਾਊਗਾ, ਫਿਰ ਕੱਲ ਨੂੰ ਜਿਉਣ ਹੀ ਨਹੀਂ ਦਊਗਾ, ਫਿਰ ਤਾਂ ਸਾਨੂੰ ਵੀ ਮਾਰਨ ਨੂੰ ਤੁਰ ਪਊਗਾ। ਇਸ ਕਰਕੇ ਸਤਿਗੁਰੂ ਸਮਝਾ ਰਹੇ ਨੇ ਕਿ ਖਿਮਾ ਦਾ ਅਸਲੀ ਅਰਥ ਕੀ ਹੈ। ਜਿਨੋ ਕੋ ਕਰਮ ਹਟਾਵਨ ਕਰਨਾ, ਤਿਨ ਕੋ ਅਪਰ ਵਿਧੀ ਸੋ ਬਰਨੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਗੱਲ ਇਹ ਹੈ, ਜਿਨ੍ਹਾਂ ਨੂੰ ਕੁਕਰਮ ਤੋਂ ਹਟਾਉਣਾ ਹੈ ਉੱਥੇ ਖਿਮਾ ਨਹੀਂ ਕਰੀਦੀ ਹੁੰਦੀ। ਐ ਤਾਂ ਕੋਈ ਤੁਹਾਡੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਏਗਾ, ਤੁਸੀਂ ਕਹੋ ਚਲੋ ਖਿਮਾ ਕਰ ਦਿਓ ਜੇ ਇਹਨੂੰ। ਮਹਾਰਾਜ ਕਹਿੰਦੇ ਨਾ, ਉੱਥੇ ਖਿਮਾ ਨਹੀਂ ਕਰੀਦੀ, ਉੱਥੇ ਸ੍ਰੀ ਸਾਹਿਬ ਕੱਢ ਕੇ ਦੋਖੀ ਦਾ ਸਿਰ ਵੜ ਦੇਈਦਾ ਹੈ। ਦੋਹਰਾ ਦਾਦੂ ਸਮਾਂ ਵਿਚਾਰ ਕੈ, ਕਾਲੀ ਜੈ ਪਾਏ, ਜੇ ਤੂੰ ਮਾਰੇ ਈਟ ਟੀਮ ਪਾਥਰ ਹਨੇ ਰਿਸਾਏ। ਮਹਾਰਾਜ ਕਹਿੰਦੇ ਸਮਾਂ ਵਿਚਾਰ ਕੇ ਕਲਯੁਗ ਦੇ ਸਮੇਂ ਵਿੱਚ ਪ੍ਰੇਮ ਨਾਲ ਰਹਿਣਾ ਚਾਹੀਦਾ ਤਾਂ ਠੀਕ ਹੈ, ਪਰ ਜੇ ਕੋਈ ਇੱਟ ਮਾਰੇ ਰੋੜਾ ਮਾਰੇ ਉਹ ਪਿਆਰ ਨਾਲ ਤੁਸੀਂ ਕਹਿੰਦੇ ਵੀ ਜੇਲ੍ਹ 'ਚ ਪਾ ਲਈਏ। ਨਹੀਂ, ਕਹਿੰਦੇ ਅਸੀਂ ਤਾਂ ਹੁਣ ਅਸੂਲ ਬਦਲਤਾ ਹੈ। ਜੇ ਕੋਈ ਇੱਟ ਮਾਰਦਾ ਚੱਕ ਕੇ ਪੱਥਰ ਮਾਰੋ ਉਹਦੇ ਸਿਰ 'ਚ,
ਕਹਿੰਦੇ ਤਾਈਓ ਦੁਨੀਆ ਠੀਕ ਰਹਿੰਦੀ ਹੈ। ਇਹ ਜੇ ਤੁਸੀਂ ਕਹੋ ਕਿ ਨਰੰਗਾ ਠੀਕ ਹੋ ਜਾਂਦਾ, ਹੁਣ ਨੂੰ ਤਾਂ ਸਾਰੇ ਹਿੰਦੁਸਤਾਨ ਨੂੰ ਤੁਰਕ ਬਣਾ ਲੈਂਦਾ, ਉਹ ਇੱਥੇ ਰਹਿਣਾ ਕੱਖ ਨਹੀਂ ਸੀ। ਆ ਤਾਂ ਸਾਡੀ ਸ੍ਰੀ ਸਾਹਿਬ ਨੇ ਇਹਨਾਂ ਨੂੰ ਸਿੱਧੇ ਕੀਤਾ, ਸਿੰਘਾਂ ਨੇ ਸਿੱਧੇ ਕੀਤਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਧਰਮ ਦੇ ਨਾਲ ਨਾਲ ਬੰਦੇ ਨੂੰ ਸੰਤ ਪਹਿਲਾਂ ਸੀ ਬਹੁਤ ਸਿਪਾਹੀ ਬਣਾਇਆ। ਗੁਰੂ ਅਰਜਨ ਦੇਵ ਜੀ ਨੇ ਕਹਿਤਾ ਸੀ ਛੇਵੇਂ ਪਾਤਸ਼ਾਹ ਨੂੰ, ਅਸੀਂ ਸ਼ਾਂਤ ਰਸ ਵਿੱਚ ਸਹਿ ਰਹਿ ਕੇ ਸ਼ਹੀਦੀ ਦੇ ਦੇਣੀ ਹੈ, ਪਰ ਸਦਾ ਹੀ ਇਹ ਕੰਮ ਨਹੀਂ ਚੱਲਣਾ। ਤੁਸੀਂ ਹੁਣ ਵੀਰ ਰਸ ਵਰਤਣਾ, ਖੰਡਾ ਖੜਕਾਉਣਾ ਹੈ। ਕਿਉਂ? ਅਸੀਂ ਸੰਤ ਅਤੇ ਸਿਪਾਹੀ ਦੋ ਇਕੱਠੇ ਕਰ ਦਿੱਤੇ ਨੇ, ਧਰਮ ਅਤੇ ਧਰਮ ਦੀ ਨੀਤੀ ਨੂੰ ਇਕੱਠੇ ਕਰ ਦਿੱਤਾ ਹੈ। ਸੁਣ ਕਰ ਸਿੰਘ ਸਭਾ ਗਨ ਸਾਧੂ, ਮੈਂ ਸਈਆ ਦੁਸ਼ਟਨ ਅਪਰਾਧੂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਜਦੋਂ ਦ੍ਰਿਸ਼ਟੀ ਦੇ ਸਾਹਮਣੇ ਅਪਰਾਧ ਹੁੰਦਾ ਹੈ ਉੱਥੇ क्षमा ਨਹੀਂ ਕਰੀਦਾ ਹੁੰਦਾ। ਮੰਤ ਜੀ ਜੇ ਤੁਹਾਡੇ ਸਿਰ 'ਚ ਆ ਕੇ ਕੋਈ ਰੋੜਾ ਮਾਰੇ ਤੇ ਫਿਰ ਤੁਹਾਡੇ ਸੰਗੀ ਜਰ ਲੈਣਗੇ। ਇਸ ਕਰਕੇ ਇਹ ਗੱਲਾਂ ਛੱਡ ਦਿਓ, ਇਹ ਗੱਲਾਂ ਗਲਤ ਨੇ। ਇਹ ਸਾਰੀਆਂ ਗੱਲਾਂ ਇਸ ਪ੍ਰਕਾਰ ਨੇ ਕਿ ਸਮਾਜਿਕ ਤੌਰ ਤੇ ਭਰਾਤਰੀ ਭਾਵ, ਏਕਤਾ, ਇਤਫਾਕ, ਏਕ ਪਿਤਾ ਏਕ ਸਕੇ ਹਮ ਬਾਰਕ ਠੀਕ ਹੈ, ਪਰ ਜਦੋਂ ਬਾਹਰੋਂ ਹਮਲਾ ਕਰਦੇ ਦੁਸ਼ਮਣ ਤਾਂ ਉਦੋਂ ਤਾਂ ਜੰਗ ਕਰਨੀ ਚਾਹੀਦੀ ਹੈ। ਜੇ ਤੋ ਮਾਰੈ ਈਟ ਢੀਮ ਪਾਤਰ ਹਨੈ ਰਿਸਾਏ, ਹਸੇ ਸਕਲ ਹੀ ਮੋਦ ਵਢਾਏ, ਵਾਹੋ ਵਾਹੋ ਬਚ ਕਹੇ ਸੁਨਾਏ। ਮਹੰਤ ਜੈਤ ਸਾਹਿਬ ਜੀ ਬੜੇ ਹੱਸੇ, ਨਾਲ ਦੇ ਸੰਤ ਵੀ ਹੱਸ ਕੇ ਕਹਿੰਦੇ ਗੱਲ ਤਾਂ ਮਹਾਰਾਜ ਜੀ ਠੀਕ ਹੈ, ਅਸੀਂ ਤਾਂ ਬਾਹਲੇ ਹੀ ਬਰਫ਼ ਜੇ ਬਣੇ ਬੈਠੇ ਸੀ ਠੰਡੇ, ਹੁਣ ਅਸੀਂ ਮਾੜਾ ਮੋਟਾ ਡੰਡਾ ਫੜ ਕੇ ਰੱਖਿਆ ਕਰਾਂਗੇ ਹੱਥ ਵਿੱਚ। ਇਸ ਕਰਕੇ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਕਿਹਾ ਭਾਈ ਥੋੜੀ ਰੱਖਿਆ ਤਾਂ ਕਰਨੀ ਚਾਹੀਦੀ, ਆਪਣੀ ਸਵੈ ਰੱਖਿਆ ਕਹਿੰਦੇ ਨੇ ਇਹਨੂੰ। ਆਪਣੀ ਸਵੈ ਰੱਖਿਆ ਲਈ ਤਾਂ ਸਾਰੇ ਦੇਸ਼ਾਂ ਦੇ ਕਾਨੂੰਨ ਹੈ। ਆਪਣੇ ਸਰਹੱਦਾਂ ਦੇ ਉੱਤੇ ਸਵੈ ਰੱਖਿਆ ਲਈ ਫੌਜਾਂ ਬੈਠੀਆਂ ਨੇ ਤੇ ਆਪਣੇ ਕੋਲ ਸਵੈ ਰੱਖਿਆ ਲਈ ਲੋਕ ਬੰਦੂਕ ਲੈਂਦੇ ਨੇ, ਲਾਇਸੈਂਸ ਲੈਂਦੇ ਦੇ ਨਾਲ। ਸਵੈ ਰੱਖਿਆ ਤਾਂ ਹੁੰਦੀ ਹੋਈ ਹੈ, ਪਰ ਕਿਸੇ ਉੱਤੇ ਵਾਰ ਨਹੀਂ ਕਰਨਾ। ਹਾਂ ਜੇ ਕੋਈ ਸਾਡੇ ਤੇ ਹਮਲਾ ਕਰੇ ਫੇਰ ਉਹਨੂੰ ਛੱਡਣਾ ਨਹੀਂ ਹੈ। ਗੁਰੂ ਕਹਿਓ ਆਇਓ ਕਲੀ ਕਾਲਾ, ਦੁਸ਼ਟਨ ਤੋਂ ਫਾਤੇਜ ਕਰਾਲਾ। ਮਹਾਰਾਜ ਕਹਿੰਦੇ ਕਲਯੁਗ ਦਾ ਸਮਾਂ ਆ ਗਿਆ, ਇਹਦੇ ਵਿੱਚ ਦੁਸ਼ਟਾਂ ਦਾ ਜ਼ਿਆਦਾ ਪ੍ਰਤਾਪ ਵਧਿਆ ਹੋਇਆ। ਇਸ ਕਰਕੇ ਦੁਸ਼ਟਾਂ ਤੋਂ ਰੱਖਿਆ ਕਰਨ ਵਾਸਤੇ ਹੀ ਤਾਂ ਸ਼ਸਤਰ ਪਕੜਾਏ ਨੇ। ਸੰਤ ਗਰੀਬ ਧੇਨ ਗਿਜ ਦੋਖੀ, ਕਰੈ ਅਵਗਿਆ ਮੂਰਖ ਰੁਖੇ। ਕਿਉਂਕਿ ਮੂਰਖ ਲੋਕ ਨੇ, ਰੋਖੀ ਬੜੇ ਗੁੱਸੇ ਵਾਲੇ, ਸੰਤਾਂ ਦੀ, ਗਊਆਂ ਦੀ, ਗਰੀਬਾਂ ਦੀ, ਇਸੇ ਪ੍ਰਕਾਰ ਸਾਧੂਆਂ ਸੰਤਾਂ ਸਾਰਿਆਂ ਦੀ ਜਿਤਨੇ ਵੀ ਨੇ ਇਹ ਦੋਖੀ ਤਾਂ ਆ ਕੇ ਬੇਅਦਬੀ ਕਰਦੇ ਨੇ। ਐ ਤਾਂ ਹੁਣ ਕਸਾਈ ਵੀ ਜਾਂਦੇ ਨੇ ਕੀ ਕਹਿ ਦਿਓ ਚਲੋ ਸੇਵਾ ਕਰ ਦਿਓ, ਕੋਈ ਨਹੀਂ ਗਊਆਂ ਵੱਢ ਲੈਣ ਦੋ। ਮਾਰ ਕੇ ਇਹਨਾਂ ਨੂੰ ਜਿੱਤ ਕੇ ਚਿੰਤਾ ਦੂਰ ਕਰੇ, ਦੁਸ਼ਟ ਦੋਖੀਆਂ ਦਾ ਨਾਸ਼ ਕਰੇ। ਸੁਧ ਬੁੱਧ ਸਹਿਤ ਭਲੇ ਗੁਣ ਸਾਰੇ, ਨਰ ਉਰਤੇ ਕਲ ਜੁਗ ਨਿਰਵਾਰੇ। ਇਹ ਜਿਹੜੇ ਕਲਯੁਗ ਦੇ ਜੀਵ ਨੇ ਇਹਨਾਂ ਨੇ ਆਪਣੇ ਮਨੋਂ ਸਾਰੀ ਸੁੱਧ ਬੁੱਧ ਖਤਮ ਕਰ ਲਈ, ਗੁਣ ਖਤਮ ਕਰ ਲਏ। ਲੋਕ ਖੋਟੇ ਰਾਹ ਚੱਲ ਪਏ, ਧਰਮ ਕੀ ਗਤ ਰਹੀ। ਸ਼ਰਮ ਧਰਮ ਦੋ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਕਾਮਦੇਵ ਸੱਦ ਪੁੱਛਿਆ ਬਹਿ ਬਹਿ ਕਰੇ ਵਿਚਾਰ। ਅੰਧੀ ਰਹੀਅਤ ਗਿਆਨ ਵਿਹੂਣੀ, ਭਾਏ ਭਰੇ ਮੁਰਦਾਰ। ਲੋਕਾਂ ਦੀ ਹਾਲਤ ਬੜੀ ਭੈੜੀ ਹੋ ਗਈ ਹੈ। ਇਸ ਕਰਕੇ ਜਿਹੜੇ ਕਲਯੁਗ ਦੇ ਲੋਕ ਨੇ ਔਗੁਣਾਂ ਦੇ ਭਰੇ ਪਏ ਹਨ। ਕਰੇ ਸ਼ਸਤਰ ਸਿਮਰੈ ਸਤਿਨਾਮ, ਧਰਮ ਧਰੈ ਪਹੁੰਚੇ ਸੁਰਧਾਮ। ਉਹ ਜਿਹੜਾ ਸ਼ਸਤਰ ਧਾਰਨ ਕਰਦਾ ਹੈ ਅਤੇ ਨਾਮ ਸਿਮਰਨ ਕਰਦਾ ਹੈ, ਧਰਮ ਨੂੰ ਧਾਰਨ ਕਰਦਾ ਹੈ, ਉਹ ਜਾਂਦਾ ਸਿੱਧਾ ਸੱਚਖੰਡ ਨੂੰ। ਸ਼ਸਤਰ ਕੋਈ ਮਾੜੀ ਚੀਜ਼ ਨਹੀਂ, ਸ਼ਸਤਰ ਸਵੈ ਰੱਖਿਆ ਲਈ ਰੱਖਣਾ, ਵਾਹਿਗੁਰੂ ਵਾਹਿਗੁਰੂ ਜਪਣਾ। ਇਸ ਕਾਰਨ ਤੇ ਪੰਥ ਉਪਾਇਓ, ਦੇ ਆਯੁਗ ਰਸ ਵੀਰ ਵਧਾਇਓ। ਇਸ ਕਾਰਨ ਕਰਕੇ ਪੰਥ ਨੂੰ ਪੈਦਾ ਕੀਤਾ ਅਸੀਂ, ਸ਼ਸਤਰ ਪਕੜਾਏ ਨੇ, ਵੀਰ ਰਸ ਇਹਨਾਂ ਦਾ ਵਧਾਇਆ ਹੈ। ਆਪ ਦਸਵੇਂ ਪਾਤਸ਼ਾਹ ਲਿਖਦੇ ਨੇ ਕਿ ਕਿਰਪਾਨ ਪਾਨ ਧਾਰੀਆਂ, ਕਰੋੜ ਪਾਪ ਟਾਰੀਆਂ। ਕਹਿੰਦੇ ਜੇ ਕਿਰਪਾਨ ਹੱਥ ਵਿੱਚ ਪਕੜ ਲੈ ਜਾਂ ਗਾਤਰੇ ਪਾ ਲਵੇ, ਕਰੋੜਾਂ ਪਾਪ ਤਾਂ ਵੈਸੇ ਹੀ ਟਲ ਜਾਂਦੇ ਨੇ। ਸ੍ਰੀ ਸਾਹਿਬ ਤੋਂ ਤਾਂ ਪਾਪ ਵੀ ਡਰਦੇ ਨੇ। ਸ੍ਰੀ ਸਾਹਿਬ ਦੇ ਅੰਦਰ ਜੋ ਕੁਝ ਹੈ ਉਹ ਤਾਂ ਸਾਡੇ ਸਿੱਖਾਂ ਨੇ ਦੇਖਿਆ ਹੀ ਨਹੀਂ ਕੀ ਹੈ ਇਹਦੇ ਵਿੱਚ। ਇਸੇ ਵਿੱਚ ਤਾਂ ਸਾਰਾ ਕੁਝ ਰੱਖਿਆ ਹੋਇਆ ਮਹਾਰਾਜ ਜੀ ਨੇ, ਪਰ ਇਹ ਸਾਡਿਆਂ ਨੂੰ ਗਿਆਨ ਹੀ ਨਹੀਂ ਹੋਇਆ ਹੈ। ਸਾਧ ਜੈਤ ਕਰ ਜੋਰ ਉਚਾਰਾ, ਆਜ ਦੇਗ ਤੇ ਲਿਓ ਭੰਡਾਰਾ।
ਸੋ ਮਹੰਤ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਅੱਜ ਫਿਰ ਕਿਰਪਾ ਕਰੋ, ਸਾਡਾ ਜੋ ਭੰਡਾਰਾ ਹੈ ਉੱਥੇ ਆਪ ਜੀ ਕਿਰਪਾ ਕਰਕੇ ਆ ਕੇ ਪ੍ਰਸ਼ਾਦਾ ਛਕੋ ਜਾਂ ਇੱਥੇ ਭੇਜ ਦਿੰਦੇ ਹਾਂ ਜੀ। ਸ਼੍ਰੀ ਦਾਦੂ ਅਸ ਹੁਕਮ ਬਖਾਨਾ ਆਏ ਜਿਹਾਂ ਸਬਨ ਦੇਖਾਨਾ। ਸ਼੍ਰੀ ਦਾਦੂ ਜੀ ਦਾ ਮਹਾਰਾਜ ਜੀ ਸਾਨੂੰ ਹੁਕਮ ਹੈ ਸਾਡੇ ਗੁਰੂਦੇਵ ਦਾ ਕਿ ਜੋ ਵੀ ਆਵੇ ਸਾਰਿਆਂ ਦਾ ਸਤਿਕਾਰ ਕਰਨਾ ਹੈ, ਪਿਆਰ ਕਰਨਾ ਹੈ, ਆਇਆਂ ਨੂੰ ਭੰਡਾਰਾ ਜ਼ਰੂਰ ਛਕਾਉਣਾ, ਕਿਉਂ ਉਹ ਲੰਗਰ ਨਹੀਂ ਨਾ ਕਹਿੰਦੇ, ਉਹ ਉਹਨਾਂ ਦਾ ਅੱਖਰ ਭੰਡਾਰਾ ਹੈ, ਤੇ ਇਸ ਕਰਕੇ ਉਹ ਆਪਣੇ ਅੱਖਰ ਹੀ ਵਰਤ ਰਹੇ ਹਨ। ਤੇਰੀ ਜੈ ਭਾਉ ਹਮਾਰੋ ਦਲ ਜੁਤ ਕੀ ਜੈ ਅੰਗੀਕਾਰੋ। ਇਸ ਕਰਕੇ ਮਹਾਰਾਜ ਜੀ ਸਾਡਾ ਹੁਣ ਪ੍ਰੇਮ ਅੰਗੀਕਾਰ ਕਰੋ, ਆਪਣੇ ਦਲ ਦੇ ਸਮੇਤ ਲੰਗਰ ਜਿਹੜਾ ਹੈ ਛਕਣਾ ਕਰੋ ਜੀ। ਸ਼੍ਰੀ ਪ੍ਰਭੂ ਜੀ ਸੁਣ ਕੇ ਮੁਸਕਾਏ। ਸੁਣ ਕੇ ਮਹਾਰਾਜ ਥੋੜਾ ਜਿਹਾ ਹੱਸੇ, ਕਿਉਂ ਹੱਸੇ ਦੱਸਦੇ ਹਨ। ਪਤਿਆਂ ਮਨ ਹਿਤ ਤਾਏ ਅਲਾਏ। ਉਹਨਾਂ ਦੀ ਪਰਖ ਲੈਣ ਵਾਸਤੇ ਮਹੰਤ ਜੀ ਵੀ ਸਤਿਗੁਰੂ ਮਹਾਰਾਜ ਹੱਸੇ ਤੇ ਕਹਿਆ ਆਇਓ। ਹਮਰੇ ਸੰਗ ਬਾਜ ਬਹੁ ਤੇਰੇ ਨੇ ਆਹਾਰ ਪਾਇਓ ਇਸ ਬੇਰੇ। ਮਹਾਰਾਜ ਕਹਿਣ ਲੱਗੇ ਇਹ ਤਾਂ ਠੀਕ ਹੈ ਕਿ ਤੁਸੀਂ ਸਾਨੂੰ ਛਕਾਓਗੇ, ਪ੍ਰਸ਼ਾਦਾ ਛਕਾਓਗੇ, ਸਾਡੇ ਨਾਲ ਫਿਰ ਬਾਜ ਵੀ ਨੇ, ਕਈ ਚਿਰ ਤੋਂ ਭੁੱਖੇ ਵੀ ਨੇ, ਤੁਹਾਨੂੰ ਪਤਾ ਵੀ ਬਾਜ ਤਾਂ ਮਾਸ ਹੀ ਖਾਂਦਾ ਹੈ। ਇਨ ਕੋ ਤ੍ਰਿਪਤ ਪ੍ਰਥਮ ਕਰ ਲੀਜੈ ਪਾਛੇ ਹਮੋ ਦੇਖ ਕਹਿ ਦੀਜੈ। ਕਹਿੰਦੇ ਪਹਿਲਾਂ ਬਾਜਾਂ ਨੂੰ ਛਕਾਓ, ਬਾਅਦ ਵਿੱਚ ਸਾਨੂੰ ਲੰਗਰ ਛਕਾ ਦੇਣਾ। ਸੁਨਤ ਸਾਧੂ ਪੁਚੀ ਦੁਚਤਾਈ ਇਹ ਅਨਬਨ ਕੈਸੇ ਬਨ ਆਏ। ਸੁਣ ਕੇ ਸਾਧੂ ਦੇ ਮਨ ਦੇ ਅੰਦਰ ਦੋ ਚਿੱਤੀ ਪੈਦਾ ਹੋ ਗਈ, ਇਹ ਤਾਂ ਔਖੀ ਜੀ ਗੱਲ ਕਹਿਤੀ ਮਹਾਰਾਜ ਨੇ, ਹੁਣ ਬਾਜਾਂ ਨੂੰ ਮੈਂ ਮਾਸ ਕਿੱਥੋਂ ਲਿਆਵਾਂ, ਤਾਂ ਹੱਥ ਤੱਕ ਨਹੀਂ ਲਾਉਂਦੇ ਮਾਸ ਨੂੰ, ਕਿਉਂਕਿ ਬਿਲਕੁਲ ਵੈਸ਼ਨੂੰ ਹਨ। ਧਰਮ ਅਹਿੰਸ ਸਦਾ ਹਮ ਮਾਈ ਬਾਜ ਮਾਸ ਬਿਨ ਤ੍ਰਿਪਤੈ ਨਾਈ। ਕਿਉਂਕਿ ਸਾਡੇ 'ਚ ਹਿੰਸੋ ਹੀ ਪਰਮੋ ਧਰਮੋ ਹੈ, ਇਸ ਕਰਕੇ ਬਾਜ ਨੇ ਖਾਣਾ ਮਾਸ ਤੇ ਸਾਨੂੰ ਬਹੁਤ ਔਖਾ ਬਚਨ ਹੋ ਗਿਆ। ਸਤਿਗੁਰ ਵੀ ਜਾਣਤ ਇਮ ਆਖੇ ਤਉ ਹਮੋ ਤੇ ਆਨਖ ਬਾਛੇ। ਫਿਰ ਸਤਿਗੁਰੂ ਜੀ ਵੀ ਜਾਣਦੇ ਨੇ ਕਿ ਬਾਜ ਮਾਸ ਹੀ ਖਾਂਦਾ ਔਰ ਇਹ ਮਾਸ ਨੂੰ ਹੱਥ ਨਹੀਂ ਲਾਉਂਦੇ, ਤਾਂ ਵੀ ਸਤਿਗੁਰੂ ਮਾਸ ਹੀ ਕਹਿੰਦੇ ਨੇ। ਇਹ ਕਾਰਨ ਕੀ ਹੈ, ਸਤਿਗੁਰੂ ਜੀ ਪਰਖ ਲੈਂਦੇ ਹਨ। ਏਤ ਪਰਖ ਵੇ ਲਖੀਅਤ ਐਸੇ ਸਮਝ ਹਿਰਦੇ ਬੋਲਿਓ ਤਬ ਤੈਸੇ। ਪਰਖਣ ਵਾਸਤੇ ਮਹਾਰਾਜ ਨੇ ਮੈਨੂੰ ਕਿਹਾ, ਫਿਰ ਸਾਰੀ ਗੱਲ ਮੰਤ ਜੀ ਬੜੇ ਸਿਆਣੇ ਵੀ ਸਨ, ਕਿਉਂਕਿ ਬਹੁਤ ਉੱਚੀ ਅਵਸਥਾ ਦੇ ਮਾਲਕ ਸਨ, ਸਮਝ ਕੇ ਗੱਲ ਇਉਂ ਫਿਰ ਬੇਨਤੀ ਕਰਦੇ ਨੇ। ਰਾਵਰ ਬਾਜਨ ਬ੍ਰਿੰਦ ਅਗਾਰੀ ਅੱਜ ਕਰੇ ਹਨ ਬਿਨਹਿ ਉਚਾਰੀ। ਬਹੁਤ ਨਿਮਰਤਾ ਵਾਲੇ ਸਾਧੂ ਨੇ, ਕਹਿੰਦੇ ਮਹਾਰਾਜ ਮੇਰੀ ਇੱਕ ਬੇਨਤੀ ਹੈ ਕਿ ਤੁਹਾਡੇ ਬਾਜਾਂ ਨੂੰ ਮੈਂ ਹੱਥ ਜੋੜ ਲੈਣਾ, ਅੱਜ ਬੇਨਤੀ ਕਰ ਲੈਂਦਾ ਹਾਂ ਉਹਨਾਂ ਨੂੰ। ਸਾਧਨ ਕੀ ਸੋ ਮਰਜ਼ੀ ਮਾਨੈ ਕਰੇ ਜਵਾਰ ਬਾਕਰੀ ਖਾਨੈ। ਮਹਾਰਾਜ ਜੀ ਜੇ ਤੁਹਾਡੇ ਬਾਜ ਮੇਰੀ ਬੇਨਤੀ ਮੰਨ ਲੈਣ, ਮੈਂ ਹੱਥ ਜੋੜ ਕੇ ਪੁੱਛ ਲੈਣਾ ਉਹਨਾਂ ਨੂੰ ਬਈ ਸਾਧੂਆਂ ਦੀ ਮਰਜ਼ੀ ਚੱਲ ਪਓ, ਅੱਜ ਤੁਸੀਂ ਜਵਾਰ ਅਤੇ ਬੱਕਲੀਆਂ ਖਾ ਲਓ ਤਾਂ ਚੰਗੀ ਗੱਲ ਹੀ ਹੈ। ਅੰਨ ਸੰਗ ਤ੍ਰਿਪਤਾਂ ਨੂੰ ਸਾਰੇ ਬਹੁਰ ਲੀਜੀਐ ਆਪ ਆਹਾਰੇ। ਮਹਾਰਾਜ ਪਹਿਲਾਂ ਮੈਂ ਬਾਜਾਂ ਨੂੰ ਆਪਣੇ ਅੰਨ ਖਵਾ ਕੇ ਰਜਾ ਦਿੰਦਾ ਹਾਂ, ਬਾਅਦ ਵਿੱਚ ਆਪ ਜੀ ਵੀ ਪ੍ਰਸ਼ਾਦਾ ਛਕ ਲੈਣਾ। ਸੁਨਤ ਸਾਧ ਤੇ ਗੁਰੂ ਉਚਾਰਾ ਹਮ ਵੀ ਮੰਨੇ ਕਰੇ ਆਹਾਰਾ। ਸੁਣ ਕੇ ਸਾਧੂ ਤੋਂ ਸਤਿਗੁਰੂ ਜੀ ਨੇ ਬਚਨ ਕੀਤਾ, ਅਸੀਂ ਵੀ ਮੰਨਾਂਗੇ, ਅਸੀਂ ਵੀ ਫਿਰ ਪ੍ਰਸ਼ਾਦਾ ਛਕ ਲਵਾਂਗੇ। ਸੁਨ ਕੇ ਸਾਧ ਗਇਓ ਹਰ ਖਾਏ ਤਿਆਰੀ ਕਰੀ ਸਕਲ ਵਿਦ ਜਾਏ। ਸੁਣ ਕੇ ਸਾਧੂ ਪ੍ਰਸੰਨ ਹੋ ਕੇ ਗਿਆ, ਮਹੰਤ ਜੀ ਗਏ ਨੇ, ਜਾ ਕੇ ਹਰ ਤਰੀਕੇ ਨਾਲ ਲੰਗਰ ਦੀ ਤਿਆਰੀ ਕਰ ਲਈ। ਪੀਛੇ ਸਿੰਘ ਪਰਸ ਪਰ ਮਿਲ ਕਰ ਕਰਿਓ ਬਵੇਕ ਵਿਚਾਰ ਰਹਿਤ ਧਰ। ਬਾਅਦ ਦੇ ਸਿੰਘਾਂ ਨੇ ਆਪਸ ਵਿੱਚ ਮਿਲਾਪ ਕੀਤਾ, ਤੋ ਉਸ ਵਕਤ ਵਿਵੇਕ ਤੇ ਪਹਿਰਾ ਆ ਗਿਆ, ਸਿੰਘਾਂ ਦੀ ਆਪਸ ਧਾਰਮਿਕ ਵਿਚਾਰ ਹੋਈ, ਕਿਉਂਕਿ ਸਤਿਗੁਰੂ ਜੀ ਨੇ ਅੱਜ ਫੇਰ ਪਰਖ ਲੈ ਲਈ ਖਾਲਸੇ ਦੀ। ਜਾਣ ਕੇ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਗੁਰਾਂ ਨੇ ਤਾਂ ਸੁਖਮਨੀ ਸਾਹਿਬ ਦਾ ਭੋਗ ਪਾ ਕੇ ਸੀਸ ਨਵਾਇਆ ਸੀ। ਸਿੰਘਾਂ ਨੂੰ ਇਹ ਸ਼ੱਕ ਹੋ ਗਿਆ ਕਿ ਸਾਹਮਣੇ ਦਾਦੂ ਦੀ ਕਬਰ ਹੈ, ਉਹਨਾਂ ਦੀ ਸਮਾਧ ਬਣੀ ਹੋਈ ਹੈ, ਵੀ ਪਤਾ ਨਹੀਂ ਮਹਾਰਾਜ ਨੇ ਉਧਰ ਨੂੰ ਕਿਉਂ ਸਿਰ ਨਵਾਇਆ। ਕਹਿੰਦੇ ਮਹਾਰਾਜ ਨੂੰ ਤਨਖਾਹ ਲਾਉਣੀ ਚਾਹੀਦੀ ਹੈ, ਇਹਨਾਂ ਨੇ ਉਧਰ ਨੂੰ ਸਿਰ ਕਿਉਂ ਕੀਤਾ, ਨਵਾਇਆ ਕਿਉਂ ਹੈ। ਇਉਂ ਸਿੰਘ ਵਿਵੇਕ ਦੇ ਪਹਿਰੇ 'ਚ ਆ ਗਏ ਨੇ। ਸ਼੍ਰੀ ਸਤਿਗੁਰ ਕੇ ਸੰਗ ਉਚਾਰੇ ਜਬ ਤੁਮ ਆਏ ਦਾਦੂ ਦੁਆਰੇ। ਸੋ ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲ ਸਿੰਘਾਂ ਨੇ ਬਚਨ ਕੀਤਾ, ਜਦੋਂ ਆਪ ਜੀ ਘੋੜੇ ਤੇ ਚੜੇ ਚੜਾਏ ਆਏ ਸੀ ਦਾਦੂ ਦੁਆਰੇ। ਨਮੋ ਕਮਾਨ ਸਾਤ ਤੁਮ ਕੀਨੀ
ਰਹਿਤ ਬਹੀਨ ਖਾਲਸੇ ਚੀਨੀ। ਤੁਸੀਂ ਕਮਾਨ ਦੇ ਨਾਲ, ਤੀਰ ਕਮਾਨ ਦੇ ਨਾਲ ਐ ਮੱਥਾ ਲਾ ਕੇ ਸਤਿਗੁਰੂ ਨੇ ਸੁਖਮਨੀ ਸਾਹਿਬ ਦਾ ਭੋਗ ਪਾਇਆ ਸੀ ਤੇ ਇਹ ਸਮਝੀ ਜਾਂਦੇ ਨੇ ਖਾਨੀ ਉਧਰ ਦਾਦੂ ਦੁਆਰੇ ਵੱਲ ਨੂੰ ਸਿਰ ਝੁਕਾਇਆ। ਕਹਿੰਦੇ ਮਹਾਰਾਜ ਉਹ ਤੁਸੀਂ ਖਾਲਸੇ ਵਾਲੀ ਰਹਿਤ ਤੋਂ ਥੋੜਾ ਪਾਸੇ ਚਲੇ ਗਏ ਹੋ। ਭਈ ਉਚਿਤ ਡਾਟੇ ਤਨਖਾਓ ਸਦਾ ਅਭੁੱਲ ਆਪ ਔਰ ਮਾਹੋ। ਮਹਾਰਾਜ ਭਾਵੇਂ ਆਪ ਜੀ ਉਹ ਭੁੱਲ ਹੋ ਜੀ, ਤੁਸੀਂ ਭੁੱਲ ਨਹੀਂ ਸਕਦੇ। ਸਾਨੂੰ ਪਤਾ ਕਿ ਤੁਸੀਂ ਸਾਨੂੰ ਸਿੱਧੇ ਰਾਹ ਪਾਉਣ ਲਈ ਆਪ ਹੀ ਜਾਣ ਕੇ ਕੌਤਕ ਵਰਤਾ ਦਿੰਦੇ ਹੋ ਵੀ ਦੇਖੀਏ ਸਿੰਘ ਤਿਆਰ ਪਰ ਤਿਆਰ ਨੇ, ਸਿੰਘ ਸੋਝੀ ਵਾਲੇ ਨੇ, ਕਈ ਸਿੰਘ ਢਿੱਲੇ ਮੱਠੇ ਹੋਏ ਫਿਰਦੇ ਨੇ। ਇਸ ਕਰਕੇ ਆਪ ਜੀ ਸਾਨੂੰ ਪਰਖਣ ਵਾਸਤੇ ਇਹ ਕਿਰਿਆ ਕਰਦੇ ਹੋ। ਪਰ ਹੁਣ ਤੁਸੀਂ ਤਨਖਾਹ ਲਾਉਣ ਦੇ ਯੋਗ ਵੀ ਹੋ ਗਏ ਕਿਉਂਕਿ ਉਧਰ ਦਾਦੂ ਦੁਆਰੇ ਵੱਲ ਨੂੰ ਸਿਰ ਝੁਕਾਇਆ ਤੁਸੀਂ। ਬਖਸ਼ੋ ਜਗ ਔਗਣ ਸਮਗਾਏ ਲਿਓ ਖਾਲਸੇ ਤੇ ਬਖਸ਼ਾਏ। ਤੁਸੀਂ ਸਾਰੇ ਜੱਗ ਦੇ ਔਗਣ ਬਖਸ਼ਦੇ ਹੋ ਮਹਾਰਾਜ ਜੀ। ਅੱਜ ਹੁਣ ਖਾਲਸੇ ਤੋਂ ਵੀ ਬਖਸ਼ਾ ਲਓ ਤਨਖਾਹ। ਅਸੀਂ ਵੀ ਤਨਖਾਹ ਲਾਉਣੀ ਹੈ। ਖਾਲਸੇ ਨੇ, ਖਾਲਸੇ ਦੀ ਤਾਂ ਰੀਤੀ ਹੋਰ ਸੀ, ਉਦੋਂ ਤੰਬੂ ਦੀ ਲੋੜ ਸੀ ਤੇ ਹੋਰ ਕਈ ਚੀਜ਼ਾਂ ਦੀ ਲੋੜ ਸੀ। ਕਹਿੰਦੇ ਪੈਸੇ ਕਿੱਥੋਂ ਇਕੱਠੇ ਕਰੀਏ? ਕਹਿੰਦੇ ਮਹਾਰਾਜ ਜੀ ਜਦੋਂ ਕੋਈ ਇਹੋ ਜਿਹੀ ਕਿਰਿਆ ਕਰਨਗੇ ਨਾ ਆਪਾਂ ਉਦੋਂ ਤਨਖਾਹ ਲਾ ਕੇ ਪੈਸੇ ਇਕੱਠੇ ਕਰ ਲਵਾਂਗੇ। ਸੁਨ ਬਵੇਕ ਤੋਂ ਭਏ ਪ੍ਰਸੰਨ ਕਹੋ ਕਿ ਗੁਰੂ ਖਾਲਸਾ ਧੰਨ। ਮਹਾਰਾਜ ਸੁਣ ਕੇ ਵਿਵੇਕ ਨੂੰ ਪ੍ਰਸੰਨ ਹੋਏ। ਕਹਿੰਦੇ ਗੁਰੂ ਖਾਲਸਾ ਜੀ ਤੁਸੀਂ ਧੰਨ ਹੋ। ਜੇ ਮੇਰਾ ਖਾਲਸਾ ਇਉਂ ਹੀ ਜਾਗਦਾ ਰਿਹਾ ਨਾ ਫਿਰ ਇਹਨੂੰ ਕੋਈ ਸਿੱਟਣ ਵਾਲਾ ਨਹੀਂ। ਜਿਹੜਾ ਖਾਲਸਾ ਸਤਿਗੁਰੂ ਨੂੰ ਕਹਿ ਸਕਦਾ ਫਿਰ ਛੋਟੇ ਮੋਟੇ ਕੀ ਚੀਜ਼ ਨੇ। ਜਿਹੜਾ ਵੀ ਗਲਤੀ ਕਰੇ ਉਹਨੂੰ ਸਾਹਮਣੇ ਖੜੇ ਕਰ ਲਓ। ਜਦੇ ਪੰਜ ਸਿੰਘ ਹਾਂ ਵੀ ਤੂੰ ਆਹ ਗਲਤੀ ਕੀਤੀ ਹੈ, ਉੱਥੇ ਤਨਖਾਹ ਲਾਓ ਉਹਨੂੰ। ਜਦੋਂ ਤੱਕ ਤਨਖਾਹਾਂ ਲੱਗਦੀਆਂ ਰਹਿਣਗੀਆਂ, ਤਨਖਾਹ ਸੋਧ ਵਾਸਤੇ ਹੁੰਦੀ ਨਾ ਕਿ ਕੋਈ ਸਜ਼ਾ ਹੁੰਦੀ ਹੈ, ਤਨਖਾਹ ਲਾ ਦਿੱਤੀ ਜਾਂਦੀ। ਜਦ ਤੱਕ ਸਿੰਘ ਤਨਖਾਹ ਪ੍ਰਵਾਨ ਕਰਦੇ ਰਹਿਣਗੇ ਕੀ ਹੁੰਦਾ? ਜਪਜੀ ਸਾਹਿਬ ਦੇ 25 ਪਾਠ, 50 ਪਾਠ, 100 ਪਾਠ, ਭਾਂਡੇ ਮਾਂਜਣੇ, 500, 1000 ਰੁਪਈਆ, 2000 ਰੁਪਈਆ, ਇਹ ਤਾਂ ਬਹੁਤ ਭਲਾ ਕਰਦੇ ਨੇ। ਜਦ ਵੀ ਤਨਖਾਹ ਲੱਗੀ ਹੈ ਖਾਲਸੇ ਦੀ ਚੜ੍ਹਦੀ ਕਲਾ ਹੋਈ ਹੈ। ਕਰੀ ਨਮੋਹਨ ਪਰਖਣ ਹੇਤ ਭੈ ਸਿੰਘ ਕਹਿ ਨਹੀਂ ਸੁਚੇਤ। ਮਹਾਰਾਜ ਕਹਿੰਦੇ ਅਸੀਂ ਵੀ ਤੁਹਾਨੂੰ ਪਰਖਣ ਵਾਸਤੇ ਹੀ ਸਿਰ ਝੁਕਾਇਆ ਸੀ। ਉਧਰ ਨੂੰ ਵੀ ਸਿੰਘ ਸੁਚੇਤ ਨੇ ਕਿ ਗਲਤੀ ਨੂੰ ਹੀ ਕਹੀ ਜਾਂਦੇ ਨੇ ਵੀ ਠੀਕ ਹੈ ਜੀ ਠੀਕ ਹੈ। ਇਉਂ ਨਹੀਂ ਕਹਿਣਾ। ਜਦੋਂ ਕਿਤੇ ਵੀ ਕੋਈ ਗਲਤੀ ਕਰੇ ਉਹਨੂੰ ਉਸੇ ਵਕਤ ਟੋਕਣਾ ਹੀ ਖਾਲਸੇ ਦਾ ਕਰਮ ਹੈ। ਲਿਓ ਤਨਖਾਹ ਆਵਾਜ਼ ਸੁਣਾਵੋ ਇਸ ਵਿਦ ਕੀ ਨਿਤ ਰਹਿਤ ਕਮਾਓ। ਕਹਿੰਦੇ ਇਸੇ ਤਰੀਕੇ ਦੀ ਰਹਿਤ ਕਮਾਓ। ਦੱਸੋ ਹੁਣ ਮੁਖ ਚੋਂ ਇੱਕ ਵਾਰੀ ਮੂੰਹ ਚੋਂ ਬੋਲੋ ਖਾਲਸਾ ਜੀ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਆ? ਦੱਸੋ ਕਿੰਨੀ ਤਨਖਾਹ ਲਾਉਣੇ ਆ ਮੈਨੂੰ, ਮੈਂ ਉਨੀ ਦੇਵਾਂਗਾ ਤੁਹਾਨੂੰ। ਸਿੰਘ ਸਾਯੁਧ ਇੱਕ ਕਹਿ ਤਬੈ 5000 ਦਿਓ ਧਨ ਅਵੈ। ਸੋ ਇੱਕ ਸਿੰਘ ਸੀ ਬੜਾ ਸ਼ਸਤਰਧਾਰੀ, ਤਿਆਰ ਪਰ ਤਿਆਰ। ਕਹਿੰਦਾ ਮਹਾਰਾਜ ਤੁਸੀਂ ਬਹੁਤ ਵੱਡੇ ਹੋ, ਸੱਚੇ ਪਾਤਸ਼ਾਹ ਹੋ। ਹੋਇਆ ਕੋਈ ਬੰਦਾ ਗਰੀਬ ਮੇਰੇ ਵਰਗਾ 5 ਰੁਪਏ ਤਨਖਾਹ ਲੱਗੀ, ਪਰ ਤੁਸੀਂ ਸੱਚੇ ਪਾਤਸ਼ਾਹ ਏਡੇ ਵੱਡੇ ਹੋ, ਤੁਹਾਨੂੰ ਤਾਂ ਘੱਟੋ ਘੱਟ 5000 ਰੁਪਇਆ ਤਨਖਾਹ ਲੱਗਣੀ ਚਾਹੀਦੀ ਹੈ। ਸੁਨਤ ਦੂਸਰੇ ਤਬੈ ਬਖਾਨਾ ਤੁਮ ਇਹ ਭਾਖਿਓ ਦਰਬ ਮਹਾਨਾ। ਸੁਣ ਕੇ ਦੂਸਰਾ ਸਿੰਘ ਕਹਿੰਦਾ ਇਹ ਬਹੁਤੀ ਤਨਖਾਹ ਲਾਤੀ, ਜੇ ਤੈਨੂੰ ਕੱਲ ਨੂੰ 100 ਰੁਪਇਆ ਵੀ ਲੱਗ ਗਿਆ ਨਾ ਤੈਥੋਂ ਦਿੱਤਾ ਨਹੀਂ ਜਾਣਾ। ਇਸ ਕਰਕੇ ਦੇਖ ਲੈ, ਧਿਆਨ ਕਰ ਲੈ। ਹੁਣ ਕਰੋ ਆਵਾਜ਼ ਪੰਜ ਸਹਿ ਕੇਰੀ ਸੁਨ ਤੀਸਰ ਬੋਲਿਓ ਤੇ ਸਵੇਰੇ। ਇੱਕ ਕਹਿੰਦਾ ਨਹੀਂ 500 ਰੁਪਇਆ ਠੀਕ ਹੈ, ਤੀਸਰਾ ਸਿੰਘ ਇਸ ਤਰ੍ਹਾਂ ਤਨਖਾਹ ਲਾਉਂਦਾ ਹੈ। ਬਹੁਤ ਪੰਜ ਸਹਿ ਭੀਨ ਕਹਿਓ ਇਸ ਤੇ ਅਲਪ ਕਹਿਨ ਹਮ ਲਿਓ। ਸੋ 500 ਵੀ ਕਹਿੰਦਾ, ਇੱਕ ਕਹਿੰਦਾ ਜ਼ਿਆਦਾ ਹੈ ਜੀ, ਚਲੋ ਇਸ ਤੋਂ ਵੀ ਘੱਟ ਕਹਿਣਾ ਚਾਹੀਦਾ। ਸੁਨ ਚੌਥੇ ਬੋਲਿਓ ਸਭ ਮਾਹੋ ਗੁਰ ਟਿਕ ਧਨ ਕੀ ਨਹੀਂ ਪਰਵਾਓ। ਹੁਣ ਕੇ ਚੌਥਾ ਬੋਲਿਆ ਸਿੰਘ ਕਹਿੰਦਾ ਗੁਰੂ ਸਾਹਿਬ ਕੋਲ ਕੋਈ ਕਮੀ ਹੈ? ਇਹ ਤਾਂ ਕਹੀਏ ਵੀ ਜੇ ਇਹਨਾਂ ਕੋਲ ਕੋਈ ਕਮੀ ਹੈ, ਜਿੰਨੇ ਮੰਗ ਲਾਂਗੇ ਭਾਵੇਂ ਤਿੰਨੇ ਲੋਕ ਲਾ ਦਈਏ ਤਨਖਾਹ, ਤਿੰਨੇ ਲੋਕ ਖਾਲਸੇ ਨੂੰ ਦੇ ਦੇਣਗੇ। ਪੰਚਮ ਕਹਿ 5 ਲੱਖ ਲਾਓ ਅਬ ਹੀ ਦਰਬ ਗੁਰੂ ਤੇ ਪਾਓ। ਫੌਜਾਂ ਯਾਦ ਨੇ, ਫੌਜਾਂ ਨੂੰ ਕਿਸੇ ਦੀ ਪਰਵਾਹ ਨਹੀਂ। ਕਹਿੰਦੇ 5 ਲੱਖ ਤਨਖਾਹ ਲਾਓ ਬਈ, ਲਓ ਕਰ ਲਓ ਗੱਲ। 5 ਲੱਖ ਰੁਪਏ ਤਨਖਾਹ ਫੌਜਾਂ ਮਹਾਰਾਜ ਨੂੰ ਲਾ ਰਹੀਆਂ ਨੇ। ਸੁਨਤ ਖਾਲਸੇ ਸਕਲ ਵਿਚਾਰਿਓ ਕਰ ਮਸਲਤ ਤੋਂ ਬੋਰ ਉਚਾਰਿਓ। ਹੁਣ ਕੇ ਸਾਰਿਆਂ ਨੇ ਵਿਚਾਰ ਕੀਤੀ, ਫਿਰ ਸਲਾਹ ਕਰਕੇ ਆਉਂ ਕਿਹਾ ਕਹੋ ਜਿਤਕ ਗੁਰ ਦੇ ਧਨ ਤੇ ਤੋ ਪੁਨ ਸਿੰਘਨ ਕੋ ਲਾਗੈ ਏਤੋ। ਉਹ ਕਹਿਣ ਲੱਗੇ ਚੰਗਾ ਜਿੰਨਾ ਕਿ ਤੁਸੀਂ ਧਨ ਕਹਿੰਦੇ ਹੋ ਸਤਿਗੁਰੂ ਤਾਂ ਦੇ ਦੇਣਗੇ, ਫਿਰ ਆਪਣਾ ਖਿਆਲ ਕਰ ਲਓ। ਜਦੋਂ ਕੋਈ ਗਲਤੀ ਕਰੋਗੇ ਫਿਰ ਤੁਹਾਨੂੰ ਵੀ ਸਿੰਘਾਂ ਨੂੰ ਇੰਨੀ ਦੇਣੀ ਪਊ ਤਨਖਾਹ, ਫਿਰ ਦੇ ਲਓਗੇ ਕਿ ਨਹੀਂ? ਗੋ ਦੇ ਸਕੈ ਨ ਕਰੋ ਵਿਚਾਰਨ ਜਾਂ ਤੇ ਕੀ ਜੈ ਉਚਿਤ ਉਚਾਰਨ। ਫਿਰ ਕੌਣ ਦੇ ਸਕਦਾ? 5 ਲੱਖ ਤੂੰ ਦੇ ਲੇਗਾ ਬਈ, ਤੂੰ ਦੇ ਲੇਗਾ? ਸਾਰਿਆਂ ਨੇ ਪੁੱਛਿਆ, ਕਹਿੰਦਾ ਨਾ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈਗਾ। ਕਹਿੰਦੇ ਫਿਰ ਇਸ ਕਰਕੇ ਤਨਖਾਹ ਵੀ ਯੋਗ ਲਾਉਣੀ ਚਾਹੀਦੀ। ਇੱਥੇ ਤੇ ਇੱਕ ਤਰੀਕਾ ਸਿਖਾਇਆ ਹੈ। ਤਬ ਸਭ ਸਮਝੇ
करी आवाज दे 125 धन महाराज। सारे फिर अखीर फैसला किया कि महाराज 125 रुपया जो तनख्वाह सतगुरु ਨੂੰ लगती 125 चांदी का रुपया ਜਿਹੜਾ ਉਹ सतगुरु महाराज ਨੂੰ तनख्वाह ला ਦਿੱਤੀ। सतगुर कर मंजूर तनखाओ दीनो सर्व खालसे पाओ। सतगुरु जी कहते मंजूर है, लियाओ खजांची ਨੂੰ कहते लिया भाई 125 रुपया लिया के खालसे ਨੂੰ दे तनख्वाह। सिंगन लेकर कार लगायो लंगर को तंबू बनवायो। ਸਿੰਘਾਂ ਨੇ ਕਿੱਥੋਂ ਲਿਜਾਣੀ ਸੀ ਤਨਖਾਹ, ਉਹਨਾਂ ਨੇ ਲੰਗਰ ਦਾ ਤੰਬੂ ਸੀ ਥੋੜਾ ਜਿਹਾ ਖਸਤਾ, ਉਹਨਾਂ ਨੇ ਤੰਬੂ ਵਧੀਆ ਲਿਆ ਕੇ ਲੰਗਰ ਵਾਸਤੇ ਤੰਬੂ ਲਾ ਦਿੱਤਾ। ਹ੍ਰਿਦੇ ਪ੍ਰਸੰਨ ਕਿਰਪਾ ਨਿਦ ਤਬੈ ਭਇਓ ਸੁਚੇਤ ਖਾਲਸਾ ਅਬੈ। ਗੁਰੂ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ ਹਿਰਦੇ ਦੇ ਵਿੱਚ, ਕਹਿੰਦੇ ਮੈਨੂੰ ਤਾਂ ਇਉਂ ਖੁਸ਼ੀ ਆ ਕਿ ਖਾਲਸਾ ਹੁਣ ਸਾਵਧਾਨ ਹੈ, ਖਾਲਸਾ ਅੱਗੇ ਨਾਲੋਂ ਸੁਚੇਤ ਹੋ ਗਿਆ ਹੈ। ਦੋਹੇਰਾ 500 की भेंट दे प्रभ जी सिख तनख्वाह। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਹੀਂ ਇਹ ਥੋੜੀ ਹੈ 125। ਕਹਿੰਦੇ ਮੈਂ ਆਪਣੀ ਖੁਸ਼ੀ ਨਾਲ 500 ਰੁਪਇਆ ਦਿੰਦਾ ਖਾਲਸਾ ਜੀ ਤੁਹਾਨੂੰ, 500 ਤਨਖਾਹ ਹੈ ਔਰ 500 ਰੁਪਇਆ ਹੀ ਤੁਹਾਨੂੰ ਦਿੰਦਾ ਹਾਂ। हम दीनी जो ना दे इसकी पूंजी सवार। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਮ ਦੀਨੀ, ਅਸੀਂ ਤਾਂ ਦੇਤੀ ਤਨਖਾਹ, ਸਾਨੂੰ ਖਾਲਸੇ ਨੇ ਲਾਈ ਸੀ। ਜੋ ਨਾ ਦੇ ਹਿਤ ਤਿਸ ਕੀ ਪੂੰਜੀ ਸਵਾਹ, ਜਿਹੜਾ ਖਾਲਸੇ ਨੇ ਲਾਈ ਹੋਈ ਤਨਖਾਹ ਨਾ ਦੇਵੇਗਾ ਉਹਦੀ ਪੂੰਜੀ ਸਵਾਹ ਹੋ ਜਾ ਕਰੇਗੀ। ਨਾਲੇ ਵੀ ਵਚਨ ਕਰਤਾ ਜੇ ਕਦੇ 5 ਪਿਆਰੇ ਤਨਖਾਹ ਲਾ ਦੇਣ ਉਹ ਜਦੇ ਤੁਰਤ ਪੂਰੀ ਕਰ ਦਿਓ। ਇੱਥੇ ਇਹ ਵੀ ਦਰਸਾਇਆ ਕਿ 5 ਸਿੰਘ ਵੀ ਮਾਂ-ਬਾਪ ਰੂਪ ਵਿੱਚ ਖੜੇ ਹੋਣ। ਜਦ ਸਤਿਗੁਰੂ ਮਹਾਰਾਜ ਦੇ ਸਾਹਮਣੇ 5 ਸਿੰਘ ਖੜਦੇ ਨੇ, ਬਹੁਤ ਹਲੀਮੀ ਨਾਲ ਨਿਮਰਤਾ ਨਾਲ ਭਾਈ ਤਨਖਾਹ ਲਾਉਣੀ ਹੈ, ਇਹ ਦਰਸਾਇਆ ਗੁਰਾਂ ਨੇ। ਇਉਂ ਨਹੀਂ ਅਗਲੇ ਨੂੰ ਕਹੇ ਤੂੰ 10,000 ਜਪਜੀ ਸਾਹਿਬ ਕਰੀ, ਇਹ ਨਹੀਂ ਕਹਿਣਾ, ਐ ਨਹੀਂ ਕਹਿਣਾ 10,000 ਰੁਪਇਆ ਦੇ ਕਿੱਥੋਂ ਲਿਆਊਗਾ ਜਿਹਦੇ ਕੋਲ ਨਾ ਹੋਵੇ। ਘੱਟ ਤੋਂ ਘੱਟ ਤਨਖਾਹ ਲਾਉਣ ਦਾ ਹੁਕਮ ਹੈ ਮਹਾਰਾਜ ਦਾ। ਮਹਾਰਾਜ ਕਹਿੰਦੇ ਓਨੀ ਕੁ ਤਨਖਾਹ ਲਾਓ ਜਿੰਨੀ ਕੁ ਪੂਰੀ ਕਰ ਸਕੇ ਬੰਦਾ। ਤੇ ਕਈ ਵਾਰ ਇਹ ਵੀ ਹੁੰਦਾ ਅਗਲਾ ਚੜ੍ਹਾਈ ਕਰ ਜੇ ਕੱਲ ਨੂੰ ਫੇਰ ਕਿੱਥੋਂ ਪੂਰੀ ਕਰੂ, ਤਨਖਾਹੀਆਂ ਮਿਲ ਜਾਊਗਾ। ਇਸ ਕਰਕੇ ਸਤਿਗੁਰੂ ਜੀ ਨੇ ਸਾਰੇ ਫੈਸਲੇ ਸੋਚ ਸਮਝ ਕੇ ਸਾਖੀਆਂ ਰਾਹੀਂ ਸਮਝਾਏ ਨੇ ਕਿ ਤਨਖਾਹ ਉਨੀ ਕੁ ਲਾਓ ਜਿੰਨਾ ਕੁ ਖਾਲਸਾ ਜੀ ਪੂਰੀ ਕਰ ਲਵੇ। ਦੋਹੇਰਾ इतने में आमन कियो जैत साध समुदाय। ਇੰਨੇ ਨੂੰ ਜੈਤ ਸਾਹਿਬ ਮਹੰਤ ਜੀ ਵੀ ਆ ਗਏ। ਸੋ ਜੈਤ ਨੇ ਬਹੁਤੇ ਸਾਧਾਂ ਦੇ ਸਮੇਤ ਬਹੁਤ ਸਾਰਾ ਜੋ ਲੰਗਰ ਹੈ ਲਿਆਉਣਾ ਕੀਤਾ। ਰਸਤੇ ਉਚਾਏ ਸੰਗ ਸਭ ਚਾਵਰ ਚੂਨ ਵਧਾਏ। ਉਹ ਚੌਲ ਆਟਾ ਦਾਲਾਂ ਲੂਣ ਜੋ ਵੀ ਹੈ ਲੰਗਰ ਦੀ ਰਸਦ ਸਾਰੇ ਸਾਧੂਆਂ ਨੇ ਸੇਵਾ ਕੀਤੀ, ਲਿਆ ਕੇ ਬੋਰੀਆਂ ਚੁੱਕ ਕੇ ਮਹਾਰਾਜ ਦੇ ਕੋਲ ਲਿਆਂਦੀਆਂ। ਕਿਤ ਮਿਸ਼ਟਾਨ ਆਨ ਕਰ ਖੜੇ ਸਕਲ ਕਿਰਪਾ ਨਿਦ ਆਗੇ ਧਰੇ। ਉਹ ਮਿੱਠਾ ਲਿਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਸਾਰੀ ਰਸਦ ਭੇਟਾ ਕੀਤੀ ਹੈ। ਬ੍ਰਿੰਦ ਬਾਜ ਜਿਸ ਥਲ ਬੈਠਾਰੇ ਪਇਓ ਜੈਤ ਫਿਰ ਤਿਨੋ ਅਗਾਰੇ। ਬਹੁਤ ਸਾਰੇ ਜਿੱਥੇ ਬਾਜ ਬੈਠੇ ਸਨ ਜੈਤ ਸਾਹਿਬ ਜੀ ਉੱਥੇ ਚਲੇ ਗਏ। ਮਹੰਤ ਜੀ ਹੁਣ ਬੇਨਤੀ ਕਰਨਗੇ। ਹੱਥ ਜੋੜ ਕਰ ਬਿਨੈ ਬਖਾਨੇ ਤੁਮ ਸਤਿਗੁਰ ਕੇ ਬਾਜ ਸੁਜਾਨੇ। ਜੈਤ ਰਾਮ ਜੀ ਜੈਤ ਸਾਹਿਬ ਜਿਨ੍ਹਾਂ ਨੂੰ ਕਹਿੰਦੇ ਨੇ ਅਜਮਤ ਵਾਲੇ ਵੀ ਨੇ, ਸ਼ਕਤੀ ਵਾਲੇ ਵੀ ਨੇ, ਭਗਤੀ ਵਾਲੇ ਵੀ ਨੇ, ਇਹਨਾਂ ਨੇ ਇੱਥੇ ਥੋੜੀ ਜਿਹੀ ਆਪਣੀ ਇਹ ਵੀ ਚੀਜ਼ ਦਿਖਾਈ ਹੈ। ਸਤਿਗੁਰੂ ਨੇ ਇਹਨਾਂ ਨੂੰ ਵੀ ਵਡਿਆਈ ਬਖਸ਼ੀ। ਇੱਕ ਹੱਥ ਜੋੜ ਕੇ ਬਾਜਾਂ ਨੂੰ ਕਹਿਣ ਲੱਗੇ ਹੇ ਸਤਿਗੁਰ ਦੇ ਬਾਜੋ ਤੁਸੀਂ ਭਾਈ ਬੜੇ ਸਿਆਣੇ ਹੋ। ਪ੍ਰਥਮ ਜਨਮ ਕੀ ਕਰਮ ਭਲੇਰੇ ਜਿਸ ਤੇ ਕਰ ਸਪਰਸ਼ ਗੁਰ ਕੇਰੇ। ਕਹਿਣ ਲੱਗੇ ਬਾਜੋ ਤੁਸੀਂ ਪਿਛਲੇ ਜਨਮਾਂ 'ਚ ਬੜੇ ਚੰਗੇ ਕਰਮ ਕੀਤੇ ਹੋਏ ਨੇ ਭਾਈ, ਜਿਸ ਕਰਕੇ ਤੁਹਾਨੂੰ ਸਤਿਗੁਰੂ ਜੀ ਆਪਣੇ ਕਰ ਕਮਲਾਂ ਤੇ ਬਿਠਾਉਂਦੇ ਨੇ, ਤੁਹਾਨੂੰ ਸਪਰਸ਼ ਕਰਦੇ ਨੇ। ਇਸ ਕਰਕੇ ਪਹਿਲਾਂ ਬਾਜਾਂ ਦੀ ਉਸਤਤ ਕਰ ਦਿੱਤੀ। ਇਹ ਸਾਧਨ ਕੋ ਲਖੋ ਸਥਾਨਾ ਜਿਹਨੂੰ ਆਇਸ ਧਰਮ ਮਨ ਠਾਨਾ। ਭਾਈ ਇਹ ਸਾਧੂਆਂ ਦਾ ਸਥਾਨ ਹੈ, ਸਾਡਾ ਧਰਮ ਹੈ ਅਹਿੰਸਾ, ਜੀਵ ਹੱਤਿਆ ਨਹੀਂ ਕਰਦੇ ਅਸੀਂ। ਇਸ ਕਰਕੇ ਅਸੀਂ ਮਾਰਦੇ ਨਹੀਂ ਕਿਸੇ ਨੂੰ, ਮਾਸ ਨਹੀਂ ਤੁਹਾਨੂੰ ਖਵਾ ਸਕਦੇ। ਕਰਿਓ ਚਾਹੇ ਪ੍ਰਭ ਕੀ ਪਹੁਨਾਈ ਤੁਮ ਲੋ ਰਹੀ ਬਾਤ ਅਬ ਆਏ। ਹੁਣ ਅਸੀਂ ਸਤਿਗੁਰੂ 10ਵੇਂ ਪਾਤਸ਼ਾਹ ਦੀ ਪ੍ਰਾਹੁਣਚਾਰੀ ਕਰਨਾ ਤਾਂ ਚਾਹੁੰਦੇ ਹਾਂ, ਲੰਗਰ ਛਕਾਉਣਾ ਚਾਹੁੰਦੇ ਹਾਂ, ਪਰ ਗੁਰਾਂ ਨੇ ਮੈਨੂੰ ਬੰਧਨ ਲਾ ਦਿੱਤਾ ਕਿ ਜੇ ਸਾਡੇ ਬਾਜ ਰਜਾ ਦਿਓਗੇ ਤਾਂ ਅਸੀਂ ਵੀ ਪ੍ਰਸ਼ਾਦਾ ਛਕ ਲਵਾਂਗੇ। ਅੰਨ ਆਹਾਰ ਆਜ ਤੁਮ ਕਰੀਏ
ਨੇ ਆਮਕ ਤੋਰੀ ਦੇ ਵਿੱਚ ਤਰੀਐ। ਕਹਿੰਦੇ ਅੱਜ ਤੁਸੀਂ ਮਾਸ ਨਾ ਆਪਣੇ ਮਨ ਚ ਲਿਆਓ ਖਾਣਾ, ਅੱਜ ਸਾਡਾ ਪਾਇਆ ਹੋਇਆ ਅੰਨ ਆਪਣੇ ਮਨ ਚ ਲਿਆਓ ਵੀ ਅਸੀਂ ਅੰਨ ਹੀ ਛਕਣਾ ਹੈ। ਸ਼੍ਰੀ ਦਾਦੂ ਕੋ ਅਹੈ ਭੰਡਾਰਾ ਜਿਸ ਤੇ ਮਨ ਵਿੱਚ ਹਜ਼ਾਰਾ। ਇਹ ਸ੍ਰੀ ਦਾਦੂ ਮਹੰਤ ਜੀ ਦਾ ਭੰਡਾਰਾ ਹੈ ਜਿੱਥੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆ ਕੇ ਅੰਨ ਛਕਦੇ ਨੇ। ਉਤੀ ਜਵਾਰ ਬਾਕਰੀ ਜੇ ਇਨਕੈ ਅਗਰ ਬਖੇਰੀ ਸੇ। ਉਹ ਜਿਹੜੀ ਥਾਲ ਭਰ ਭਰ ਕੇ ਲਿਆਂਦੀ ਸੀ ਜਵਾਰ ਤੇ ਬੱਕਲੀਆਂ ਹੁੰਦੀਆਂ ਨੇ, ਉਬਲੇ ਹੋਏ ਛੋਲੇ, तो इस प्रकार लिया करके वो सारी बाजां दे अगे बखेर देती है। बाजन बिनय साध की मानी तक्षण कीन अनगन खानी। गज के आखो सतनाम श्री वाहेगुरु साहिब जी, सतनाम श्री वाहेगुरु साहिब जी। देखो बाजां नूं अंतरजामता भी है, ज्ञान भी है, और बाज वाली जूनी का फल भी खांदे ने मास। पर हाथ जोड़ के महंत जी ने बेनती करती, मन भी लई है। बाजा ने चुप करके बाजरा ते बकलियां खानियां शुरू कर दित्तियां। कितक सिंह अवलोकत गए सकल प्रसंग सुनावत भय। किन्नियां क सिंघां ने जाके देखिया महंत जैतनाम जी नूं कि ਇਹ ਤਾਂ ਵਾਕਈ ਇਹਨਾਂ ਨੂੰ ਤਾਂ ਖਵਾ ਦਿੱਤੀਆਂ ਬੱਕਲੀਆਂ ਬਾਜਰਾ। ਉਹਨਾਂ ਨੇ ਜਾ ਕੇ ਸਤਿਗੁਰੂ ਮਹਾਰਾਜ ਦੇ ਕੋਲੇ ਪ੍ਰਸੰਗ ਸੁਣਾਇਆ। ਰੱਬ ਜੀ ਬਾਜਨ ਅਚੀ ਜਵਾਰੀ ਜੈਤ ਸਾਧ ਜਬ ਬਿਨੈ ਉਚਾਰੀ। ਮਹਾਰਾਜ ਕਮਾਲ ਹੋ ਗਈ, ਅਸੀਂ ਤਾਂ ਮੰਨ ਗਏ ਜੀ। ਕਹਿੰਦੇ ਜਦੋਂ ਜੈਤ ਸਾਹਿਬ ਜੀ ਨੇ ਜਾ ਕੇ ਇਹ ਅੱਗੇ ਉਹਨਾਂ ਦੇ ਬੱਕਲੀਆਂ ਤੇ ਬਾਜਰੀ ਪਾਈ, ਉਹ ਜੀ ਚੁੱਪ ਕਰਕੇ ਖਾਣ ਲੱਗ ਪਏ। ਬਾਜ ਕਿੱਥੇ, ਇਹਨਾਂ ਨਾਲ ਮਾਸ ਖਾਂਦੇ ਨੇ। ਅੱਜ ਜਿਹੜੇ ਦੇਖੋ ਜੀ ਬਾਜਾਂ ਨੇ ਮਾਸ ਖਾਣ ਵਾਲਿਆਂ ਨੇ ਅੱਜ ਘਾਹ ਖਾ ਲਿਆ। ਸੁਨ ਮੁਸਕਾਏ ਗੁਰੂ ਤਬ ਭਾਖਾ ਰਸਤ ਦੇਗ ਟੀ ਲਿਓ ਬਲਾਖਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਚੰਗਾ ਵੀ ਸਾਡਾ ਵੀ ਬਚਨ ਸੀ ਕਿ ਜੇ ਮਹੰਤ ਜੀ ਤੁਸੀਂ ਬਾਜਾਂ ਨੂੰ ਖਵਾ ਦਿਓਗੇ ਬੱਕਲੀਆਂ ਬਾਜਰੀ ਤਾਂ ਸਾਡਾ ਖਾਲਸਾ ਵੀ ਤੁਹਾਡੇ ਲੰਗਰ 'ਚ ਪ੍ਰਸ਼ਾਦਾ ਛਕ ਲਵੇਗਾ। ਚਲੋ ਉਹਨਾਂ ਨੇ ਹੁਣ ਛਕ ਲਿਆ। ਸਿੰਘੋ ਜਾਓਗੇ ਆਹ ਰਸਦ ਚੱਕੋ, ਬਣਾਓ ਲੰਗਰ ਤਿਆਰ ਕਰੋ ਤੇ ਸਾਰੀਆਂ ਫੌਜਾਂ ਪ੍ਰਸ਼ਾਦਾ ਛਕੋ। ਇਉਂ ਦੇਖੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰਿਆਂ ਦੇ ਕੌਤਕ। ਔਰ ਸਤਿਗੁਰੂ ਮਹਾਰਾਜ ਧੰਨ ਨੇ ਐਸੇ ਗੁਰਮੁਖ ਭਗਤੀ ਕਰਨ ਵਾਲੇ। ਧੰਨ ਹੈ ਗੁਰੂ ਕਾ ਖਾਲਸਾ, ਧੰਨ ਗੁਰੂ ਕੇ ਬਾਜ, ਧੰਨ ਗੁਰੂ ਕੀ ਸੰਗਤ, ਧੰਨ ਹੈ ਖਾਲਸਾ। ਤਨਖਾਹ ਲਾ ਕੇ ਰਸਤਾ ਦੱਸਦਾ ਹੈ। ਸਤਿਗੁਰੂ ਖੁਸ਼ ਹੁੰਦੇ ਨੇ, ਮੇਰਾ ਪੁੱਤ ਉਡਾਰ ਹੋ ਗਿਆ, ਹੁਣ ਪੰਥ ਨੂੰ ਸੰਭਾਲ ਲੈਣਗੇ, ਮੈਨੂੰ ਫਿਕਰ ਨਹੀਂ ਕੋਈ। ਮਹਾਰਾਜ ਨੇ ਇਉਂ ਕਰਕੇ ਸਾਰੇ ਖਾਲਸੇ ਨੂੰ ਬਖਸ਼ਿਸ਼ ਕਰ ਦਿੱਤੀ। ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣਾ, ਪੰਜਾਂ ਪਿਆਰਿਆਂ ਦੇ ਹੁਕਮ ਨੂੰ ਮੋੜਨਾ ਨਹੀਂ। ਜੋ ਤਨਖਾਹ ਲੱਗ ਜਾਵੇ ਸੋ ਤਨਖਾਹ ਪ੍ਰਵਾਨ ਕਰ ਲੈਣੀ ਔਰ ਕਮਾਈ ਕਰਨੀ। ਸਤਿਗੁਰੂ ਮਿਹਰ ਕਰਨਗੇ ਸਾਰਿਆਂ ਦੇ ਉੱਤੇ। ਗੁਰੂ ਗੁਰੂ ਜਪਦੇ ਹੋਏ ਸੰਸਾਰ ਸਾਗਰ ਚੋਂ ਤਰ ਜਾਣਾ। ਵਾਹਿਗੁਰੂ।